ਤਾਂ ਬੇਟਾ ਸਾਡਾ ਅੱਜ ਦਾ ਜਿਹੜਾ ਚੈਪਟਰ ਹੈ ਉਹ ਹੈ ਸਾਡੀ 5th ਸਟੋਰੀ ਦਾ ਬਾਬਰਸ ਟ੍ਰੇਡ ਯੂਨੀਅਨ। ਅਸੀਂ ਬਹੁਤ ਚੰਗੀ ਤਰ੍ਹਾਂ ਬੇਟਾ ਇਹ ਚੈਪਟਰ ਪੜ੍ਹਿਆ ਹੋਇਆ ਹੈ। ਇਸ ਦੇ ਕੁਐਸਚਨ ਆਨਸਰ, ਸ਼ਾਰਟ ਆਨਸਰ ਟਾਈਪ ਕੁਐਸਚਨ, ਲੌਂਗ ਆਨਸਰ ਟਾਈਪ ਕੁਐਸਚਨ ਤੇ ਖਾਸ ਤੌਰ ਤੇ ਜਿਹੜਾ ਚੰਦੂ ਦਾ ਕਰੈਕਟਰ ਸਕੈਚ ਹੈ ਉਹ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਕਰਿਆ ਹੋਇਆ ਹੈ। ਮੈਂ ਤੁਹਾਨੂੰ ਕਲਾਸ ਦੇ ਵਿੱਚ ਪੂਰਾ ਸਮਝਾਇਆ ਹੋਇਆ, ਈਵਨ ਕਿ ਤੁਸੀਂ ਮੈਨੂੰ ਟੈਸਟ ਵੀ ਦਿੱਤੇ ਹੋਏ ਆ, ਇਸ ਦੇ ਵੀਡੀਓਜ਼ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ। ਅੱਜ ਅਸੀਂ ਇਸ ਦੇ ਆਬਜੈਕਟਿਵ ਟਾਈਪ ਕੁਐਸਚਨਸ ਕਵਰ ਕਰਾਂਗੇ। ਅੱਜ ਬੇਟਾ ਆਪਾਂ ਆਪਣਾ ਪੇਪਰ ਵੀ ਇੱਕ ਡਿਸਕਸ ਕੀਤਾ ਸੀ, ਤੁਸੀਂ ਦੇਖਿਆ ਹੋਣਾ ਕਿ ਜਦੋਂ ਆਬਜੈਕਟਿਵ ਟਾਈਪ ਕੁਐਸਚਨਸ ਆਏ ਤਾਂ ਜਿਹੜੇ 10 ਕੁਐਸਚਨ ਆਏ ਸੀ, ਜਿਸ ਦੇ ਵਿੱਚ ਟਰੂ ਫਾਲਸ ਵੀ ਸੀਗੇ, ਮਲਟੀਪਲ ਚੁਆਇਸ ਵੀ ਸੀ ਤੇ ਫਿਲ ਇਨ ਦਾ ਬਲੈਂਕਸ ਵੀ ਸੀਗੀਆਂ, ਤੁਸੀਂ ਆਲਮੋਸਟ ਸਾਰੇ ਉਹਨਾਂ ਦੇ ਆਨਸਰ ਜਾਣਦੇ ਸੀ। ਉਹਦਾ ਰੀਜ਼ਨ ਇਹ ਸੀਗਾ ਕਿ ਤੁਸੀਂ ਪਿਛਲੇ ਲਗਾਤਾਰ 12-13 ਜਿਹੜੇ ਚੈਪਟਰਸ ਹੈ ਉਹ ਤੁਸੀਂ ਮੇਰੇ ਤੋਂ ਸਮਝੇ ਹੈ, ਤੁਸੀਂ ਉਸ ਨੂੰ ਵੀਡੀਓ ਦੇ ਥਰੂ ਰਿਵਾਈਜ਼ ਵੀ ਕੀਤਾ ਹੈ। ਤਾਂ ਬੇਟਾ ਇਹ ਜਿਹੜੇ 10 ਨੰਬਰ ਦੇ ਕੁਐਸਚਨਸ ਹੈ ਇਹ ਬਹੁਤ ਹੀ ਮਤਲਬ ਕਿ ਅਸੀਂ ਲੈ ਸਕਦੇ ਹਾਂ, ਸਾਨੂੰ ਕੋਈ ਦਿੱਕਤ ਨਹੀਂ ਹੈ ਜੇਕਰ ਅਸੀਂ ਥੋੜੇ ਜਿਹੀ ਪੜ੍ਹ ਕੇ ਚਲੇ ਜਾਈਏ। 10 ਚੋਂ 7-8 ਨੰਬਰ ਤਾਂ ਕਿਤੇ ਨਹੀਂ ਗਏ, ਇੱਕ ਦੋ ਕੁਐਸਚਨਾਂ ਦੇ ਵਿੱਚ ਕੋਈ ਦਿੱਕਤ ਆ ਸਕਦੀ ਹੈ, ਔਖੇ ਹੋ ਸਕਦੇ ਆ, ਲੇਕਿਨ ਮੈਨੂੰ ਇਹ ਲੱਗਦਾ ਜੇ ਤੁਸੀਂ ਸਾਰੇ ਜੋ ਮੈਂ ਤੁਹਾਡੇ ਨਾਲ ਇਹ ਜਿਹੜੇ ਆਬਜੈਕਟਿਵ ਟਾਈਪ ਕੁਐਸਚਨ ਡਿਸਕਸ ਕਰ ਰਹੇ ਹਾਂ, ਜੇ ਤੁਸੀਂ ਉਹ ਸਾਰੇ ਦੇਖ ਕੇ ਜਾਓ, ਰਿਵਾਈਜ਼ ਕਰਕੇ ਜਾਓ ਤਾਂ 10 ਬੜਾ 10 ਮਾਰਕਸ ਵੀ ਆ ਸਕਦੇ ਆ। ਤਾਂ ਸਾਡਾ ਪਹਿਲਾ ਕੁਐਸਚਨ ਹੈ ਜੀ ਕਿ ਡੈਸ਼ ਲਾਲਾ ਹੁਕਮ ਚੰਦ ਜਾਂ ਮੁਲਕ ਰਾਜ ਅਨੰਦ। ਤਾਂ ਸਾਡੇ ਕੋਲੇ ਦੋ ਆਨਸਰ ਦਿੱਤੇ ਹੋਏ ਹੈ। ਇਜ਼ ਦਾ ਨਰੇਟਰ ਆਫ ਦਾ ਸਟੋਰੀ ਦਾ ਬਾਬਰਸ ਟ੍ਰੇਡ ਯੂਨੀਅਨ। ਕਿ ਨਰੇਟਰ ਦਾ ਮਤਲਬ ਬੇਟਾ ਜੋ ਨਰੇਟ ਕਰਦਾ ਹੈ, ਜੋ ਦੱਸਦਾ ਹੈ ਕਹਾਣੀ ਨੂੰ, ਇੱਕ ਤਰੀਕੇ ਨਾਲ ਆਥਰ ਵੀ ਕਹਿ ਦਿੰਦੇ ਆ ਕਿ ਦਾ ਬਾਬਰ ਟ੍ਰੇਡ ਯੂਨੀਅਨ ਦਾ ਆਥਰ ਕੌਣ ਹੈ ਜੀ, ਨਰੇਟਰ ਕੌਣ ਹੈ, ਮੁਲਕ ਰਾਜ ਅਨੰਦ। ਤਾਂ ਇਸ ਦੇ ਮੁਲਕ ਰਾਜ ਅਨੰਦ ਨੇ, ਯਾਦ ਕਰੋ ਅੱਜ ਜਿਹੜਾ ਆਪਾਂ ਮਾਡਲ ਟੈਸਟ ਪੇਪਰ ਡਿਸਕਸ ਕੀਤਾ ਸੀ ਕਲਾਸ 'ਚ, ਉਸ ਦੇ ਵਿੱਚ ਵੀ ਇਹ ਕੁਐਸਚਨ ਆਇਆ ਸੀ। ਜਿਹੜਾ ਲਾਲਾ ਹੁਕਮ ਚੰਦ ਹੈ ਨਾ, ਇਹ ਤਾਂ ਇਸ ਚੈਪਟਰ ਦਾ ਇੱਕ ਕਰੈਕਟਰ ਹੈ ਤੇ ਅਸੀਂ ਆਨਸਰ ਦੇਣਾ ਜੀ ਮੁਲਕ ਰਾਜ ਅਨੰਦ। ਸਾਡੇ ਕੋਲੇ ਦੋ ਆਪਸ਼ਨ ਸੀਗੀਆਂ, ਅਸੀਂ ਦੋਨਾਂ ਦੇ ਵਿੱਚੋਂ ਸਹੀ ਦੇਤਾ। ਚੰਦੂ ਵਾਜ਼ ਅ ਡੈਸ਼ ਬਾਈ ਕਾਸਟ। ਚੰਦੂ ਬਾਈ ਕਾਸਟ ਜਾਤ ਤੋਂ ਕੀ ਸੀ, ਬਾਰਬਰ ਸੀ ਜਾਂ ਬ੍ਰਾਹਮਣ ਸੀ? ਤਾਂ ਬਾਬਰ ਸੀਗਾ ਜੀ, ਨਾਈ ਸੀਗਾ ਉਹ। ਬ੍ਰਾਹਮਣ ਤਾਂ ਉਸਦਾ ਜਿਹੜਾ ਫਰੈਂਡ ਹੈ ਮੁਲਕ ਰਾਜ ਅਨੰਦ, ਉਹ ਸੀ ਤੇ ਉਹ ਆਪ ਬਾਬਰ ਸੀਗਾ, ਤਾਂ ਅਸੀਂ ਆਨਸਰ ਬਾਬਰ ਲਿਖਾਂਗੇ। ਥਰਡ ਹੈ ਕਿ ਚੰਦੂ ਵਾਜ਼ ਐਨ ਐਕਸਪਰਟ ਇਨ ਮੇਕਿੰਗ ਐਂਡ ਫਲਾਈਂਗ ਡੈਸ਼ ਆਫ ਇੰਟ੍ਰਿਕੇਟ ਡਿਜ਼ਾਈਨਸ। ਚੈਪਟਰ ਦੇ ਵਿੱਚ ਆਂਦਾ ਬੇਟਾ, ਸ਼ੁਰੂ 'ਚ ਹੀ ਆਂਦਾ ਹੈ ਚੰਦੂ ਦੀ ਇਹ ਖਾਸ ਇੱਕ ਇਹਦਾ ਕੁਆਲਿਟੀ ਹੁੰਦੀ ਹੈ ਕਿ ਚੰਦੂ ਐਕਸਪਰਟ ਸੀ, ਮਤਲਬ ਮਾਹਿਰ ਸੀ ਬਣਾਉਣ ਦੇ ਵਿੱਚ ਅਤੇ ਉਡਾਉਣ ਦੇ ਵਿੱਚ। ਹੁਣ ਕੀ ਚੀਜ਼ ਉਹ ਬਣਾਉਂਦਾ ਤੇ ਉਡਾਉਂਦਾ ਸੀ? ਦੋ ਆਨਸਰ ਦਿੱਤੇ ਸਾਡੇ ਕੋਲੇ, 에ਅਰਪਲੇਨਸ ਜਾਂ ਕਾਈਟਸ। 에ਅਰਪਲੇਨਸ ਤਾਂ ਹਵਾਈ ਜਹਾਜ਼ ਨੂੰ ਕਿਹਾ ਜਾਂਦਾ ਹੈ, ਕਾਈਟਸ ਪਤੰਗਾਂ ਨੂੰ ਕਿਹਾ ਜਾਂਦਾ ਹੈ। ਤਾਂ ਬੱਚਿਓ ਅਸੀਂ ਚੈਪਟਰ ਪੜ੍ਹਿਆ ਹੈ ਤਾਂ ਚੰਦੂ ਬਹੁਤ ਹੀ ਮਾਹਰ ਸੀਗਾ, ਬਹੁਤ ਹੀ ਇੰਟ੍ਰਿਕੇਟ। ਇੰਟ੍ਰਿਕੇਟ ਦਾ ਮਤਲਬ ਹੁੰਦਾ ਹੈ ਕੰਪਲੈਕਸ, ਜਿਹੜੇ ਗੁੰਝਲਦਾਰ ਹੁੰਦੇ ਹਨ, ਗੁੰਝਲਦਾਰ ਟਾਈਪ ਦੇ ਪਤੰਗ ਬਣਾਉਂਦਾ ਸੀਗਾ। ਅਤੇ ਦੇਖੋ ਇੱਕ ਸਿੰਪਲ ਜਿਹਾ ਪਤੰਗ ਕੋਈ ਵੀ ਬਣਾ ਸਕਦਾ ਹੈ ਅਤੇ ਉਸ ਨੂੰ ਕੋਈ ਉਡਾ ਵੀ ਸਕਦਾ ਹੈ, ਲੇਕਿਨ ਚੰਦੂ 'ਚ ਖਾਸੀਅਤ ਇਹ ਸੀ ਕਿ ਉਹ ਇੰਟ੍ਰਿਕੇਟ ਡਿਜ਼ਾਈਨ ਵਾਲੇ ਗੁੰਝਲਦਾਰ ਕੰਪਲੈਕਸਿਵ ਜਿਹੜੇ ਕਾਈਟ ਸੀਗੇ ਉਹਨਾਂ ਨੂੰ ਉਹ ਬਣਾਉਂਦਾ ਸੀ ਤੇ ਫਿਰ ਉਡਾ ਵੀ ਦਿੰਦਾ ਸੀ। ਜਿਹੜਾ ਸਾਡਾ ਨਰੇਟਰ ਹੈ ਮੁਲਕ ਰਾਜ ਅਨੰਦ, ਉਸ ਤੋਂ ਨਾ ਤਾਂ ਇਦਾਂ ਦੇ ਪਤੰਗ ਬਣਦੇ ਸੀ, ਨਾ ਹੀ ਉਸ ਤੋਂ ਉੜਦੇ ਸੀਗੇ। ਇਸ ਕਰਕੇ ਅਸੀਂ ਇਹਦਾ ਆਨਸਰ ਕੀ ਲਿਖਾਂਗੇ ਜੀ, ਕਾਈਟਸ, ਪਤੰਗ। ਫੋਰਥ ਹੈ ਡੈਸ਼ ਵਾਜ਼ ਦਾ ਸ਼ਾਹੂਕਾਰ ਆਫ ਚੰਦੂਜ਼ ਵਿਲੇਜ। ਤਾਂ ਚੰਦੂ ਦਾ ਜਿਹੜਾ ਪਿੰਡ ਹੈ ਉਸ ਦਾ ਸ਼ਾਹੂਕਾਰ ਕੌਣ ਸੀ? ਤਾਂ ਦੋ ਆਨਸਰ ਦਿੱਤੇ ਹੋਏ ਆ, ਥਾਨੂਰਾਮ, ਬਿਜਾਏ ਚੰਦ। ਜਿਹੜਾ ਬਿਜਾਏ ਚੰਦ ਸੀ ਨਾ ਬੱਚਿਓ, ਇਹ ਲੈਂਡਲੋਰਡ ਸੀਗਾ, ਇਹ ਜ਼ਮੀਂਦਾਰ ਸੀਗਾ। ਜਿਹੜਾ ਥਾਨੂਰਾਮ ਹੈ ਇਹ ਸ਼ਾਹੂਕਾਰ ਸੀ। ਤਾਂ ਇਹ ਯਾਦ ਰੱਖਣਾ ਹੈ। ਤਿੰਨ ਚਾਰ ਕਰੈਕਟਰ ਆਏ ਹੈ, ਇੱਕ ਪੰਡਿਤ ਪਰਮਾਨੰਦ ਆਇਆ ਹੈ, ਇੱਕ ਥਾਨੂਰਾਮ ਜਿਹੜਾ ਇਸ ਦਾ ਸ਼ਾਹੂਕਾਰ ਹੈ ਪਿੰਡ ਦਾ ਉਹ ਆਇਆ ਹੈ, ਤੇ ਬਿਜਾਏ ਚੰਦ ਲੈਂਡਲੋਰਡ ਆਇਆ ਹੈ, ਤੇ ਜਿਹੜਾ ਉੱਪਰ ਲਾਲਾ ਹੁਕਮ ਚੰਦ ਸੀਗਾ ਇਹ ਵਕੀਲ ਸੀਗਾ। ਤੇ ਇਹ 4-5 ਕਰੈਕਟਰ ਆਏ ਹੈ, ਇਹਨਾਂ ਚੋਂ ਕੋਈ ਵੀ ਕੁਐਸਚਨ ਆ ਸਕਦਾ ਹੈ, ਤਾਂ ਤੁਸੀਂ ਥੋੜਾ ਜਿਹਾ ਮਾਈਂਡ 'ਚ ਰੱਖਣਾ ਹੈ ਕਿ ਲਾਲਾ ਹੁਕਮ ਚੰਦ ਐਡਵੋਕੇਟ ਵਕੀਲ ਸੀਗਾ ਜੀ, ਥਾਨੂਰਾਮ ਸ਼ਾਹੂਕਾਰ ਸੀ ਪਿੰਡ ਦਾ, ਬਿਜਾਏ ਚੰਦ ਜ਼ਮੀਂਦਾਰ ਲੈਂਡਲੋਰਡ ਸੀਗਾ, ਤੇ ਚੰਦੂ ਦਾ ਫਰੈਂਡ ਸੀਗਾ ਸਾਡਾ ਨਰੇਟਰ ਮੁਲਕ ਰਾਜ ਆਨੰਦ। ਉਸ ਤੋਂ ਬਾਅਦ ਹੈ ਜੀ ਫਿਫਥ ਕੁਐਸਚਨ, ਡਿਊਰਿੰਗ ਚੰਦੂ ਸਟ੍ਰਾਈਕ ਦਾ ਵਿਲੇਜ ਐਲਡਰਸ ਥੌਟ ਆਫ ਕਾਲਿੰਗ ਦਾ ਬਾਬਰ ਆਫ ਡੈਸ਼ ਟੂ ਅਟੈਂਡ ਟੂ them। ਇਹ ਬਿਲਕੁਲ ਐਂਡ ਚ ਆਉਂਦਾ ਹੈ ਕਿ ਜਦੋਂ ਚੰਦੂ ਸਟ੍ਰਾਈਕ ਤੇ ਚਲਾ ਜਾਂਦਾ, ਜਦੋਂ ਕਹਿੰਦਾ ਕਿ ਮੈਂ ਕਿਸੇ ਦੇ ਵਾਲ ਨਹੀਂ ਕੱਢਦਾ, ਤਾਂ ਫਿਰ ਜਿਹੜੇ ਵਿਲੇਜ ਦੇ ਐਲਡਰਸ, ਵੱਡੇ ਵਡੇਰੇ ਸੀਗੇ, ਉਹ ਇਹ ਸੋਚਦੇ ਆ ਕਿ ਆਪਾਂ ਨਾਲ ਦੇ ਪਿੰਡ ਦਾ ਨਾਈ ਬੁਲਾਈਏ ਆਪਣਾ ਕੰਮ ਕਰਨ ਦੇ ਲਈ। ਟੂ ਅਟੈਂਡ ਟੂ them, ਟੂ ਅਟੈਂਡ ਟੂ them ਮਤਲਬ ਕਿ ਉਹ ਆ ਕੇ ਉਹਨਾਂ ਦੇ ਵਾਲ ਵਗੈਰਾ ਕੱਟੇ। ਤਾਂ ਨਾਲ ਦਾ ਪਿੰਡ ਕਿਹੜਾ ਹੈ ਜੀ?
ਤਾਂ ਜਾਇਓਡੀਆਲਾ ਜਾਂ ਵੇਰਕਾ? ਤਾਂ ਵੇਰਕਾ ਆਇਆ ਜੀ, ਨਾਲ ਦੇ ਪਿੰਡ ਦਾ ਨਾਮ ਵੇਰਕਾ ਆਇਆ। ਤਾਂ ਵੇਰਕਾ ਨਾਮ ਯਾਦ ਰੱਖਣਾ ਹੈ। ਵੇਰਕਾ ਪਲਾਂਟਸ ਵੀ ਹੁੰਦੇ ਨੇ ਜਿੱਥੇ ਲੱਸੀ ਵਗੈਰਾ ਦੁੱਧ ਵਗੈਰਾ ਮਿਲਦੀ ਹੈ, ਤਾਂ ਤੁਸੀਂ ਯਾਦ ਰੱਖਣਾ ਹੈ ਕਿ ਜਿਹੜੇ ਚੰਦੂ ਦੇ ਪਿੰਡ ਦੇ ਨਾਲ ਦਾ ਪਿੰਡ ਕਿਹੜਾ ਸੀ? ਵੇਰਕਾ। ਅੱਛਾ, ਇੱਕ ਖਾਸ ਇਹ ਚੀਜ਼ ਹੈ ਇਸ ਸਟੋਰੀ ਦੇ ਵਿੱਚ ਕਿ ਚੰਦੂ ਦੇ ਪਿੰਡ ਦਾ ਨਾਮ ਨਹੀਂ ਹੈ ਪੂਰੀ ਸਟੋਰੀ ਦੇ ਵਿੱਚ। ਚੰਦੂ ਦੇ ਪਿੰਡ ਦਾ ਕੀ ਨਾਮ ਹੈ? ਉਸ ਦਾ ਨਾਮ ਨਹੀਂ ਆਇਆ ਸਟੋਰੀ 'ਚ। ਉਸਦੇ ਨਾਲ ਦੇ ਪਿੰਡ ਦਾ ਵੇਰਕਾ ਦਾ ਨਾਮ ਜ਼ਰੂਰ ਆਇਆ, ਤਾਂ ਇਹ ਧਿਆਨ ਰੱਖਣਾ। 6th ਕੁਐਸਚਨ ਹੈ ਕਿ ਇਨ ਵਿਚ ਫੀਲਡ ਵਾਸ ਚੰਦੂ ਬੈਟਰ ਦੈਨ ਦਾ ਨਰੇਟਰ ਐਟ ਸਕੂਲ? ਦੋਨੇ ਚੰਦੂ ਤੇ ਉਸਦਾ ਫਰੈਂਡ ਨਰੇਟਰ ਇਕੱਠੇ ਪੜ੍ਹੇ ਸੀਗੇ ਜੀ, ਪ੍ਰਾਇਮਰੀ ਸਕੂਲ ਤੱਕ ਉਹ ਇਕੱਠੇ ਪੜ੍ਹੇ ਸੀਗੇ। ਤਾਂ ਕਿਹੜੇ ਫੀਲਡ ਦੇ ਵਿੱਚ, ਕਿਹੜੇ ਖੇਤਰ ਦੇ ਵਿੱਚ ਚੰਦੂ ਆਪਣੇ ਫਰੈਂਡ ਨਾਲੋਂ ਜ਼ਿਆਦਾ ਅੱਛਾ ਸੀ? ਤਾਂ ਬੇਟਾ ਇਹ ਦੱਸਿਆ ਹੋਇਆ ਹੈ ਚੈਪਟਰ ਦੇ ਵਿੱਚ ਕਿ ਇਹ ਬਹੁਤ ਵਧੀਆ ਪੋਇਟਰੀ ਗਾ ਲੈਂਦਾ ਸੀ, ਰਿਸਾਈਟਿੰਗ ਪੋਇਟਰੀ। ਈਵਨ ਕਿ ਇਸ ਨੂੰ ਆਪਣੀਆਂ ਜਿਹੜੇ ਸਿਲੇਬਸ ਦੀਆਂ ਸਾਰੀਆਂ ਪੋਇਮਸ ਮੂੰਹ ਜ਼ਬਾਨੀ ਯਾਦ ਸੀਗੀਆਂ। ਤਾਂ ਇਹ ਵੀ ਲਿਖਿਆ ਹੋਇਆ ਹੈ ਤੁਹਾਡੇ ਚੈਪਟਰ ਦੇ ਵਿੱਚ। ਤਾਂ ਇਹ ਪੋਇਮਸ ਦੇ ਵਿੱਚ ਬਹੁਤ ਅੱਛਾ ਸੀਗਾ, ਇਸ ਨੂੰ ਪੋਇਮਸ ਯਾਦ ਵੀ ਸੀ ਆਪਣੀ ਸਿਲੇਬਸ ਦੀਆਂ ਸਾਰੀਆਂ। ਇਹ ਥੋੜਾ ਜਿਹਾ ਵੀਕ ਸੀਗਾ ਮੈਥਸ 'ਚ, ਇਸ ਤੋਂ ਸਮਝ ਵਗੈਰਾ ਨਹੀਂ ਸੀ ਹੁੰਦੇ। ਉਹਦਾ ਰੀਜ਼ਨ ਇਹ ਨਹੀਂ ਸੀ ਕਿ ਇਹ ਮੈਥ ਦੇ ਵਿੱਚ ਨਲਾਇਕ ਸੀ, ਐਸਾ ਨਹੀਂ ਸੀ, ਇਸ ਨੂੰ ਟਾਈਮ ਨਹੀਂ ਸੀ ਮਿਲਦਾ। ਮੈਥਸ ਨੂੰ ਬੇਟਾ ਸੋਲਵ ਕਰਨ ਦੇ ਲਈ ਟਾਈਮ ਚਾਹੀਦਾ ਹੈ, ਪ੍ਰੈਕਟਿਸ ਚਾਹੀਦੀ ਹੈ, ਜੋ ਇਸ ਨੂੰ ਨਹੀਂ ਸੀ ਮਿਲਦੀ ਬਿਕੋਜ਼ ਇਸ ਨੂੰ ਨਾਈ ਦਾ ਕੰਮ ਕਰਨਾ ਪੈਂਦਾ ਸੀ ਘਰ ਜਾ ਕੇ। ਇਸ ਕਰਕੇ ਇਸ ਨੂੰ ਸਮਝ ਵਗੈਰਾ ਕੱਢਣੇ ਔਖੇ ਲੱਗਦੇ ਸੀ, ਬਟ ਅਦਰਵਾਈਜ਼ ਇਹ ਪੋਇਮ ਵਗੈਰਾ ਤਾਂ ਬਹੁਤ ਅੱਛੀਆਂ ਬੋਲ ਲੈਂਦਾ ਸੀ। ਰਿਸਾਈਟਿੰਗ ਪੋਇਟਰੀ ਦਾ ਮਤਲਬ ਪੋਇਮਸ ਉਚਾਰਨਾ, ਬੋਲਣਾ। ਹੂ ਗੇਵ ਅ ਪੈਰ ਆਫ ਖਾਕੀ ਸ਼ਾਰਟਸ ਟੂ ਚੰਦੂ? ਹੂ ਦਾ ਮਤਲਬ ਹਮੇਸ਼ਾ ਪਰਸਨ ਤੋਂ ਹੁੰਦਾ ਹੈ ਕਿ ਕਿਸ ਪਰਸਨ ਨੇ ਖਾਕੀ ਦੇ ਜਿਹੜੀ ਸ਼ਾਰਟਸ ਸੀ, ਸ਼ਾਰਟਸ ਨਿੱਕਰ ਵਗੈਰਾ ਨੂੰ ਕਹਿ ਦਿੰਦੇ ਆ, ਉਸ ਚੰਦੂ ਨੂੰ ਦਿੱਤੀ ਸੀ। ਤਾਂ ਇੱਕ ਰਿਟਾਇਰਡ ਸੂਬੇਦਾਰ ਸੀਗਾ ਜੀ ਪਿੰਡ ਦਾ, ਉਸਨੇ ਦਿੱਤੀ ਸੀ। ਇਹ ਧਿਆਨ 'ਚ ਰੱਖਣਾ ਹੈ, ਰਿਟਾਇਰਡ ਸੂਬੇਦਾਰ। ਸੂਬੇਦਾਰ ਦਾ ਨਾਮ ਨਹੀਂ ਹੈ ਇਸ ਸਟੋਰੀ ਦੇ ਵਿੱਚ। ਤਾਂ ਸੂਬੇਦਾਰ ਦੀ ਜਿਹੜੀ ਸ਼ਾਰਟ ਸੀਗੀਆਂ ਉਹ ਉਸਨੇ ਚੰਦੂ ਨੂੰ ਦਿੱਤੀਆਂ ਸੀ। ਈਵਨ ਕਿ ਚੰਦੂ ਨੇ ਸਾਰੇ ਕੱਪੜੇ ਹੀ ਬੇਟਾ ਮੰਗੋਏ ਪਾਏ ਹੋਏ ਸੀਗੇ। ਗਰੀਬ ਘਰ ਤੋਂ ਸੀਗਾ, ਮਿਹਨਤੀ ਸੀਗਾ, ਤੇ ਇਸ ਨੂੰ ਜਿੰਨੇ ਵੀ ਕੱਪੜੇ ਕੋਈ ਦੇ ਦਿੰਦਾ ਸੀ, ਕਿਤੇ ਛੋਟੇ ਹੋ ਗਏ ਜਾਂ ਪੁਰਾਣੇ ਹੋ ਗਏ, ਤਾਂ ਉਹ ਚੰਦੂ ਨੂੰ ਮਿਲ ਜਾਂਦੇ ਸੀ। ਵਟ ਡਿਡ ਚੰਦੂ's ਫਾਦਰ ਡਾਈ ਆਫ? 8ਵਾਂ ਕੁਐਸਚਨ ਹੈ ਕਿ ਚੰਦੂ ਦੇ ਪਿਤਾ ਕਿਸ ਤਰ੍ਹਾਂ ਉਹਨਾਂ ਦੀ ਡੈਥ ਹੋਈ? ਤਾਂ 4 ਬੇਟਾ ਬਿਮਾਰੀਆਂ ਦਾ ਨਾਮ ਲਿਖਿਆ ਹੋਇਆ, ਪਲੇਗ, ਮਲੇਰੀਆ, ਟਿਊਬਰਕਲੋਸਿਸ ਜਿਹਨੂੰ ਆਪਾਂ ਟੀਬੀ ਕਹਿ ਦਿੰਦੇ ਆ, ਤੇ ਕੋਲਰਾ। ਤਾਂ ਬੇਟਾ ਪਲੇਗ ਨਾਲ ਹੋਈ ਸੀ ਇਹਨਾਂ ਦੀ ਡੈਥ, ਇਹ ਧਿਆਨ 'ਚ ਰੱਖਣਾ ਹੈ। ਪਲੇਗ ਨਾਲ ਚੰਦੂ ਦੇ ਫਾਦਰ ਦੀ ਡੈਥ ਹੋਈ ਸੀ। ਅਗਲਾ ਕੁਐਸਚਨ ਹੈ ਜੀ, ਹਾਊ ਡਿਡ ਲਾਲਾ ਹੁਕਮ ਚੰਦ ਗੋ ਟੂ ਡਿਸਟ੍ਰਿਕਟ ਕੋਰਟ? ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ ਲਾਲਾ ਹੁਕਮ ਚੰਦ ਹੈ ਇਹ ਪਿੰਡ ਦਾ ਵਕੀਲ ਹੈ, ਇਕਲੌਤਾ ਵਕੀਲ ਹੈ ਜੋ ਸ਼ਹਿਰ ਦੇ ਵਿੱਚ ਆਪਣੀ ਵਕਾਲਤ ਕਰਨ ਜਾਂਦਾ ਹੈ। ਤਾਂ ਇੱਥੇ ਹੀ ਦੱਸਿਆ ਹੋਇਆ ਹੈ ਹਾਊ ਦਾ ਮਤਲਬ ਕਿਵੇਂ ਲਾਲਾ ਹੁਕਮ ਚੰਦ ਡਿਸਟ੍ਰਿਕਟ ਕੋਰਟ ਜਾਂਦਾ ਸੀ, ਜ਼ਿਲ੍ਹੇ ਦੇ ਕਚਹਿਰੀਆਂ 'ਚ ਜਾਂਦਾ ਸੀ। ਡਿਸਟ੍ਰਿਕਟ ਦਾ ਮਤਲਬ ਜ਼ਿਲ੍ਹਾ। ਤਾਂ ਬੇਟਾ ਤੁਹਾਨੂੰ ਪਤਾ ਹੈ ਇਸ ਦੇ ਕੋਲੇ ਇੱਕ ਬੱਗੀ ਸੀਗੀ ਜੀ ਜਿਹਨੂੰ ਆਪਾਂ ਫਿਟੌਨ ਕਹਿੰਦੇ ਆ, ਤਾਂ ਉਹਦੇ 'ਚ ਇਹ ਜਾਂਦਾ ਸੀ। ਉਹਦੇ ਕੋਲੇ ਬਾਈਸਾਈਕਲ ਨਹੀਂ ਸੀ, ਬਾਈਸਾਈਕਲ ਤੇ ਨਹੀਂ ਸੀ ਜਾਂਦਾ ਸੀ, ਪੈਦਲ ਨਹੀਂ ਸੀ ਜਾਂਦਾ, ਕਾਰ 'ਚ ਨਹੀਂ ਸੀ ਜਾਂਦਾ, ਤਾਂ ਬੱਗੀ ਸੀਗੀ ਜੀ। ਮੈਂ ਬੱਗੀ ਦੀ ਫੋਟੋ ਵੀ ਤੁਹਾਨੂੰ ਦਿਖਾਈ ਸੀਗੀ ਐਕਸਪਲੇਨੇਸ਼ਨ ਕਰਦੇ ਹੋਏ ਉਸ ਵੀਡੀਓ ਦੇ ਵਿੱਚ। ਅਤੇ ਕਈ ਵਾਰੀ ਚੰਦੂ ਵੀ ਉਸ ਬੱਗੀ ਤੇ ਬੈਠ ਕੇ ਜਾਂਦਾ ਸੀ, ਹਾਲਾਂਕਿ ਸੀਟ ਤੇ ਨਹੀਂ ਸੀ ਬੈਠਦਾ, ਪੈਰਾਂ ਵਾਲੀ ਜਗ੍ਹਾ ਤੇ ਬੈਠਦਾ ਹੁੰਦਾ ਸੀਗਾ। 10ਵਾਂ ਕੁਐਸਚਨ ਹੈ ਕਿ ਹਾਊ ਫਾਰ ਵਾਜ਼ ਦਾ ਟਾਊਨ ਫਰੋਮ ਚੰਦੂਜ਼ ਵਿਲੇਜ? ਕਿ ਚੰਦੂ ਦੇ ਪਿੰਡ ਤੋਂ ਇਹ ਜਿਹੜਾ ਸ਼ਹਿਰ ਸੀ ਉਹ ਕਿੰਨੀ ਦੂਰ ਸੀ? ਤਾਂ ਬੇਟਾ ਇਹ ਕੁਐਸਚਨ ਤੁਹਾਡੇ ਪ੍ਰੀ ਬੋਰਡ 'ਚ ਵੀ ਆਇਆ ਸੀ, ਤੁਸੀਂ ਆਲਮੋਸਟ ਸਾਰੇ ਜਣੇ ਗਲਤ ਕਰਕੇ ਆਏ ਸੀ। ਤਾਂ ਇਹਦਾ ਆਨਸਰ ਹੈ ਜੀ 6 ਮਾਈਲ, 6 ਮੀਲ ਦੂਰ ਸੀਗਾ ਜੀ ਚੰਦੂ ਦੇ ਪਿੰਡ ਤੋਂ ਸ਼ਹਿਰ। ਤਾਂ ਇਹ ਧਿਆਨ 'ਚ ਰੱਖਣਾ, 6 ਮੀਲ। ਉਸ ਤੋਂ ਬਾਅਦ ਫਿਰ ਤੁਹਾਡੇ ਕੁਝ ਟਰੂ ਫਾਲਸ ਆਉਂਦੇ ਆ। ਹਮੇਸ਼ਾ ਮੈਂ ਕਹਿੰਦਾ ਹੁੰਦਾ ਬੇਟਾ ਜਿਹੜੇ ਟਰੂ ਫਾਲਸ ਵਾਲੇ ਕੁਐਸਚਨ ਹੁੰਦੇ ਇਹਨਾਂ ਨੂੰ ਧਿਆਨ ਨਾਲ ਪੜ੍ਹਿਆ ਕਰੋ, ਪੜ੍ਹਨ ਤੋਂ ਬਾਅਦ ਫਿਰ ਆਨਸਰ ਦਿਆ ਕਰੋ। ਚੰਦੂ ਵਾਜ਼ ਕੰਸੀਡਰਡ ਅ ਮੈਂਬਰ ਆਫ ਲੋ ਕਾਸਟ? ਚੰਦੂ ਨੂੰ ਨੀਵੀਂ ਜਾਤ ਤੋਂ ਮੰਨਿਆ ਜਾਂਦਾ ਸੀ, ਨੀਵੀਂ ਜਾਤ ਦਾ ਮੈਂਬਰ ਮੰਨਿਆ ਜਾਂਦਾ ਸੀ। ਬਿਲਕੁਲ ਮੰਨਿਆ ਜਾਂਦਾ ਸੀ। ਉਸ ਨਾਲ ਵਤੀਰਾ ਵੀ ਬੱਚਿਓ ਪੂਰੀ ਸਟੋਰੀ ਦੇ ਵਿੱਚ ਸਿਰਫ ਲੋ ਕਾਸਟ ਕਰਕੇ ਹੀ ਹੋਇਆ ਹੈ, ਤਾਂ ਇਸ ਕਰਕੇ ਇਹ ਸਾਡਾ ਆਨਸਰ ਟਰੂ ਹੈ, ਇਸ ਨੂੰ ਅਸੀਂ ਟਰੂ ਲਿਖਾਂਗੇ। ਤਾਂ ਕਈ ਬੱਚੇ ਇੱਥੇ ਕੱਲਾ ਟੀ ਪਾ ਜਾਂਦੇ ਆ ਬੱਚਿਓ ਜਾਂ ਐਫ ਪਾ ਜਾਂਦੇ, ਇਸ ਤਰ੍ਹਾਂ ਨਹੀਂ ਪਾਣਾ। ਤੁਹਾਨੂੰ ਟਰੂ ਜਾਂ ਫਾਲਸ ਪੁੱਛਿਆ, ਤੁਸੀਂ ਟਰੂ ਪੂਰਾ ਪਾ ਕੇ ਆਓ। ਤੁਹਾਨੂੰ ਟਰੂ ਦੇ ਸਪੈਲਿੰਗ ਦਿੱਤੇ ਹੋਏ ਆ, ਦੇਖ ਕੇ ਪਾ ਦਿਓ। 12ਵਾਂ ਕੁਐਸਚਨ ਹੈ ਜੀ ਕਿ ਚੰਦੂ ਵਾਸ ਸੀਨੀਅਰ ਟੂ ਦਾ ਨਰੇਟਰ ਬਾਈ 6 ਇਅਰਸ? ਧਿਆਨ ਨਾਲ ਦੇਖੋ ਕੀ ਲਿਖਿਆ ਹੈ ਕਿ ਚੰਦੂ ਨਰੇਟਰ ਤੋਂ ਸੀਨੀਅਰ ਸੀ, ਵੱਡਾ ਸੀ 6 ਸਾਲ। ਤਾਂ ਇਹ ਗਲਤ ਹੈ ਬੇਟਾ, 6 ਸਾਲ ਨਹੀਂ ਸੀ, 6 ਮਹੀਨੇ ਸੀ। ਇੱਥੇ ਈਅਰਸ ਪਿਆ ਹੋਇਆ, ਤਾਂ ਧਿਆਨ ਦਿਆ ਕਰੋ, ਕਾਲੀ ਨਾ ਕਰਿਆ ਕਰੋ। ਕਿਤੇ 6 ਦੇਖ ਕੇ ਟਿਕ ਕਰ ਦੋ ਵੀ ਹਾਂ ਜੀ ਹਾਂ 6 ਹੀ ਸੀਗਾ, 6 ਸਾਲ ਹੀ ਸੀ। 6 ਸਾਲ ਨਹੀਂ ਸੀ ਬੇਟਾ, ਸਿਰਫ 6 ਮਹੀਨੇ ਵੱਡਾ ਸੀਗਾ ਉਹ। ਤਾਂ ਅਸੀਂ ਇੱਥੇ ਫਾਲਸ ਲਿਖਾਂਗੇ
ਕਿਉਂਕਿ ਚੰਦੂ ਜਿਹੜਾ ਹੈ ਉਹ ਨਰੇਟਰ ਤੋਂ ਸਿਰਫ 6 ਮੰਥਸ ਵੱਡਾ ਸੀਗਾ। ਇਹ ਤੁਹਾਡਾ ਇੱਕ ਸ਼ਾਰਟ ਆਨਸਰ ਟਾਈਪ ਕੁਐਸਚਨ ਵੀ ਹੈ, ਆਪਾਂ ਕਵਰ ਕੀਤਾ ਹੋਇਆ, ਇੰਪੋਰਟੈਂਟ ਹੈ, ਧਿਆਨ ਚ ਰੱਖਣਾ। ਤੁਹਾਨੂੰ ਆ ਜਿਹੜੀ ਲਾਈਨ ਹੈ ਪਾ ਕੇ ਆਉਣ ਦੀ ਜ਼ਰੂਰਤ ਨਹੀਂ ਹੈ, ਬਿਕੋਜ਼ ਤੁਹਾਨੂੰ ਐਕਸਪਲੇਨੇਸ਼ਨ ਨਹੀਂ ਪੁੱਛੀ ਤਾਂ ਤੁਸੀਂ ਸਿਰਫ ਫਾਲਸ ਪਾ ਕੇ ਆਓ। ਇਹ ਤਾਂ ਵੈਸੇ ਤੁਹਾਨੂੰ ਇਹਨਾਂ ਨੇ ਦੱਸਿਆ ਕਿ ਉਹ 6 ਮਹੀਨੇ ਵੱਡਾ ਸੀ। 13ਵਾਂ ਹੈ ਜੀ ਕਿ ਚੰਦੂ ਵਾਸ ਗੁੱਡ ਐਟ ਡੂਇੰਗ ਸਮ ਐਟ ਸਕੂਲਸ, ਕਿ ਚੰਦੂ ਵਧੀਆ ਸੀ ਸਕੂਲ ਦੇ ਵਿੱਚ ਸਵਾਲ ਵਗੈਰਾ ਕਰਨ ਚ। ਤਾਂ ਨਹੀਂ ਸੀ ਜੀ, ਚੰਦੂ ਨਹੀਂ ਸੀ ਵਧੀਆ। ਅਸੀਂ ਪੜ੍ਹਿਆ ਫਾਲਸ ਹੈ ਇਹ ਸਟੇਟਮੈਂਟ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਦਾ ਮਤਲਬ ਇਹ ਨਹੀਂ ਸੀ ਕਿ ਚੰਦੂ ਨਲਾਇਕ ਸੀ ਮੈਥ 'ਚ, ਐਵੇਂ ਨਹੀਂ ਸੀ। ਚੰਦੂ ਪੜ੍ਹਨ 'ਚ ਅੱਛਾ ਸੀ, ਪੜ੍ਹਨ 'ਚ ਵਧੀਆ ਸੀ ਉਹ, ਪਰ ਪ੍ਰੋਬਲਮ ਇਹ ਸੀਗੀ ਕਿ ਉਸਨੂੰ ਟਾਈਮ ਨਹੀਂ ਸੀ ਮਿਲਦਾ। ਉਸਨੇ ਘਰ ਜਾ ਕੇ ਨਾਈ ਦਾ ਕੰਮ ਵੀ ਕਰਨਾ ਹੁੰਦਾ ਸੀ, ਉਹਦੇ ਫਾਦਰ ਦਾ ਕੰਮ ਉਸਨੂੰ ਕਰਨਾ ਪੈਂਦਾ ਸੀ, ਇਸ ਕਰਕੇ ਉਸ ਕੋਲ ਟਾਈਮ ਨਹੀਂ ਸੀ ਹੁੰਦਾ। ਤੇ ਮੈਥ ਤਾਂ ਬੇਟਾ ਤੁਹਾਨੂੰ ਪਤਾ ਪ੍ਰੈਕਟਿਸ ਮੰਗਦਾ। ਜਿਵੇਂ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਇੰਗਲਿਸ਼ ਦੀ ਗ੍ਰਾਮਰ ਦੀ ਪ੍ਰੈਕਟਿਸ ਕਰੋ, ਜਿੰਨੀ ਜ਼ਿਆਦਾ ਤੁਸੀਂ ਗ੍ਰਾਮਰ ਦੀ ਪ੍ਰੈਕਟਿਸ ਕਰੋਗੇ ਉਨੇ ਜ਼ਿਆਦਾ ਮਾਰਕਸ ਆਣਗੇ। ਹੁਣ ਜਿਹੜਾ ਬੱਚਾ ਗ੍ਰਾਮਰ ਦੀ ਪ੍ਰੈਕਟਿਸ ਨਹੀਂ ਕਰੂਗਾ ਉਹ ਗ੍ਰਾਮਰ ਦੇ ਕੁਐਸਚਨ ਗਲਤ ਕਰਕੇ ਆਊਗਾ, ਬਿਕੋਜ਼ ਇਹ ਮੈਥਸ ਹੋਈ, ਇੰਗਲਿਸ਼ ਦੀ ਗ੍ਰਾਮਰ ਹੋਈ, ਇਹ ਐਸੇ ਸਬਜੈਕਟਸ ਨੇ ਜੋ ਪ੍ਰੈਕਟਿਸ ਭਾਲਦੇ ਨੇ। ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਉਨਾ ਜ਼ਿਆਦਾ ਇਹ ਤੁਹਾਨੂੰ ਵਧੀਆ ਤਰੀਕੇ ਨਾਲ ਆਣਗੇ ਤੇ ਉਨੇ ਜ਼ਿਆਦਾ ਇਹ ਤੁਹਾਨੂੰ ਸਕੋਰ ਵੀ ਲੈ ਕੇ ਦੇਣਗੇ। ਔਖੇ ਨਹੀਂ ਹੁੰਦੇ, ਪ੍ਰੈਕਟਿਸ ਭਾਲਦੇ ਨੇ। 14 ਕੁਐਸਚਨ ਹੈ ਜੀ ਕਿ ਚੰਦੂ ਬੋਟ ਅ ਬਾਈਸਾਈਕਲ ਫਰੋਮ ਦਾ ਗੈਂਬਲਿੰਗ ਸਨ ਆਫ ਲਾਲਾ ਹੁਕਮ ਚੰਦ, ਕਿ ਚੰਦੂ ਨੇ ਇੱਕ ਬਾਈਸਾਈਕਲ ਖਰੀਦਿਆ, ਸਾਈਕਲ ਖਰੀਦਿਆ ਕਿੱਥੋਂ? ਲਾਲਾ ਹੁਕਮ ਚੰਦ ਦੇ ਜਵਾਰੀ ਮੁੰਡੇ ਤੋਂ। ਬਿਲਕੁਲ ਖਰੀਦਿਆ ਸੀਗਾ ਜੀ ਲਾਲਾ ਹੁਕਮ ਚੰਦ ਦੇ ਜਵਾਰੀ ਮੁੰਡੇ ਤੋਂ। ਜਵਾਰੀ ਸੀਗਾ ਉਹ, ਹਾਲਾਂਕਿ ਦੇਖੋ ਉਹਦਾ ਫਾਦਰ ਵਕੀਲ ਹੈ ਲੇਕਿਨ ਉਸਦਾ ਮੁੰਡਾ ਜਵਾਰੀ ਹੈ, ਗੈਂਬਲਿੰਗ। ਤਾਂ ਜਵਾਰੀ ਮੁੰਡੇ ਤੋਂ ਉਸਨੇ ਸਾਈਕਲ ਖਰੀਦਿਆ ਸੀ ਤੇ ਇਹ ਬਿਲਕੁਲ ਟਰੂ ਹੈ। ਤੇ ਸਾਨੂੰ ਇਹ ਵੀ ਪਤਾ ਬੱਚਿਓ ਕਿੰਨੇ ਪੈਸੇ 'ਚ ਖਰੀਦਿਆ ਸੀ ਉਸਨੇ? 5 ਰੁਪਏ 'ਚ ਖਰੀਦਿਆ ਸੀ, ਤਾਂ ਧਿਆਨ 'ਚ ਰੱਖਣਾ। 15ਵਾਂ ਹੈ ਦਾ ਲੈਂਡਲੋਰਡ ਵਿਜय ਚੰਦ's ਵਾਈਫ ਵਾਸ ਯੰਗਰ ਦੈਨ ਹਿਮ ਬਾਈ 20 years, ਟਰੂ ਔਰ ਫਾਲਸ? ਇਹ ਬਿਲਕੁਲ ਐਂਡ 'ਚ ਆਂਦਾ ਹੈ ਇਹ ਵਾਲੀ ਲਾਈਨ, ਕਿ ਜਿਹੜੀ ਲੈਂਡਲੋਰਡ ਹੈ, ਜਿਹੜਾ ਲੈਂਡਲੋਰਡ ਸੀਗਾ, ਜ਼ਮੀਂਦਾਰ ਸੀ ਵਿਜय ਚੰਦ, ਉਸ ਦੀ ਵਾਈਫ ਉਸ ਨਾਲੋਂ 20 ਸਾਲ ਛੋਟੀ ਸੀ। ਯੰਗਰ ਦਾ ਮਤਲਬ ਹੁੰਦਾ ਹੈ ਛੋਟਾ ਹੋਣਾ। ਬਾਈ 20 years, ਕੀ ਇਹ ਸਹੀ ਹੈ? ਬਿਲਕੁਲ ਸਹੀ ਹੈ। ਇਸੇ ਕਰਕੇ ਤਾਂ ਇਸਦਾ ਘਰ ਟੁੱਟਣ ਤੇ ਆ ਗਿਆ ਸੀ। ਯਾਦ ਕਰੋ ਸਟੋਰੀ 'ਚ ਹੋਇਆ ਕੀ ਸੀ, ਜਦੋਂ ਚੰਦੂ ਸਟ੍ਰਾਈਕ ਤੇ ਚਲਾ ਗਿਆ ਸੀ ਤਾਂ ਉਸਨੇ ਸਾਰਿਆਂ ਦੀ ਸ਼ੇਵ ਕਰਨੀ ਬੰਦ ਕਰਤੀ ਸੀ। ਤਾਂ ਜਿਹੜਾ ਵਿਜय ਚੰਦ ਸੀਗਾ ਲੈਂਡਲੋਰਡ, ਇਹ ਇੱਕ ਬਿਮਾਰ ਸ਼ੇਰ ਦੀ ਤਰ੍ਹਾਂ ਨਜ਼ਰ ਆ ਰਿਹਾ ਸੀ। ਐਡੀ ਐਡੀ ਇਹਦੀ ਦਾੜੀ ਹੋ ਗਈ ਸੀ, ਕੁਛ ਆਪਣੀ ਘਰ ਵਾਲੀ ਤੋਂ 20 ਸਾਲ ਵੱਡਾ ਸੀ। ਤੇ ਲੋਕਾਂ 'ਚ ਇਹ ਗੌਸਿਪ ਛਿੜੀ ਸੀਗੀ, ਇੱਕ ਰਿਊਮਰ ਫੈਲਿਆ ਸੀ, ਅਫਵਾਹ ਫੈਲੀ ਸੀ। ਹੁਣ ਇਹ ਸੱਚ ਹੈ ਝੂਠ ਹੈ ਨਹੀਂ ਪਤਾ, ਲੇਕਿਨ ਚੈਪਟਰ 'ਚ ਆਈ ਹੈ ਕਿ ਇਸ ਦੀ ਘਰ ਵਾਲੀ ਇਸ ਨੂੰ ਛੱਡਣ ਲਈ ਤਿਆਰ ਹੋ ਗਈ ਸੀ ਵੀ ਜੇ ਤੂੰ ਆਪਣਾ ਇਹ ਹੁਲੀਆ ਬਣਾ ਕੇ ਰੱਖਣਾ ਤਾਂ ਮੈਂ ਤਾਂ ਫਿਰ ਗਈ। 16ਵਾਂ ਕੁਐਸਚਨ ਹੈ ਜੀ ਕਿ ਹੂ ਵਾਸ ਦਾ ਨਰੇਟਰਸ ਕਲੋਜ਼ ਫਰੈਂਡ ਇਨ ਦਾ ਸਟੋਰੀ ਦਾ ਬਾਬਰਸ ਟ੍ਰੇਡ ਯੂਨੀਅਨ। ਬਹੁਤ ਹੀ ਈਜ਼ੀ ਕੁਐਸਚਨ ਤੇ ਇੰਪੋਰਟੈਂਟ ਕੁਐਸਚਨ ਹੈ ਕਿ ਨਰੇਟਰ ਦਾ ਮਤਲਬ ਕਿ ਲੇਖਕ ਦਾ ਕਲੋਜ਼ ਫਰੈਂਡ ਕੌਣ ਸੀਗਾ ਜੀ? ਕਲੋਜ਼ ਫਰੈਂਡ ਚੰਦੂ ਹੀ ਸੀ ਬੇਟਾ, ਤਾਂ ਚੰਦੂ ਹੀ ਉਸ ਦਾ ਕਲੋਜ਼ ਫਰੈਂਡ ਸੀ। ਅਸੀਂ ਬਾਰ-ਬਾਰ ਪੜ੍ਹਿਆ ਹੈ ਕਿੰਨੀ ਜਗ੍ਹਾ ਚੰਦੂ ਤੇ ਨਰੇਟਰ ਇਕੱਠਾ ਆਪਣਾ ਸਮਾਂ ਬਿਤਾਉਂਦੇ ਨੇ। 17ਵਾਂ ਕੁਐਸਚਨ ਹੈ ਜੀ ਕਿ ਹੂ ਵਾਸ ਕਾਲਡ ਟੂ ਡਿਸਕਸ ਦਾ ਅਨਹੋਲੀ ਐਮਰਜੈਂਸੀ ਅਰਾਈਜ਼ਨ ਇਨ ਦਾ ਵਿਲੇਜ ਡਿਊ ਟੂ ਚੰਦੂ। ਹੂ ਦਾ ਮਤਲਬ ਇੱਥੇ ਕਿਸੇ ਪਰਸਨ ਤੋਂ ਪੁੱਛਿਆ ਗਿਆ ਕਿ ਕਿਸ ਪਰਸਨ ਨੂੰ ਬੁਲਾਇਆ ਗਿਆ ਸੀ ਉਸ ਐਮਰਜੈਂਸੀ ਨੂੰ ਡਿਸਕਸ ਕਰਨ ਦੇ ਲਈ ਜਿਹੜੀ ਕਿ ਅਨਹੋਲੀ ਸੀ। ਅਨਹੋਲੀ ਦਾ ਮਤਲਬ ਅਪਵਿੱਤਰ ਸੀ, ਜਿਹੜੀ ਕਿ ਪਿੰਡ 'ਚ ਪੈਦਾ ਹੋ ਗਈ ਸੀ ਚੰਦੂ ਦੇ ਕਰਕੇ। ਤਾਂ ਬੱਚੋ ਯਾਦ ਹੋਣਾ ਤੁਹਾਨੂੰ, ਚੰਦੂ ਆਪਣੇ ਉਹ ਲੈਦਰ ਬੈਗ ਲੈ ਕੇ, ਕੱਪੜੇ ਪਾ ਕੇ, ਡਾਕਟਰਾਂ ਵਰਗੇ ਕੱਪੜੇ ਪਾ ਕੇ ਵਿਜय ਚੰਦ ਦੇ ਘਰ ਚਲਾ ਗਿਆ ਸੀਗਾ, ਜਿਸ ਨੂੰ ਦੇਖ ਕੇ ਵਿਜय ਚੰਦ ਬਹੁਤ ਬੋਲਿਆ ਸੀ। ਉਸ ਨੂੰ ਉਹਨੇ ਗਾਲਾਂ ਵੀ ਕੱਢੀਆਂ ਤੇ ਉਸ ਨੂੰ ਧੱਕੇ ਮਾਰ ਕੇ ਬਾਹਰ ਵੀ ਕੱਢਿਆ, ਸਮਾਨ ਵੀ ਉਹਦਾ ਸੁੱਟਿਆ। ਤਾਂ ਫਿਰ ਬਾਅਦ ਦੇ ਵਿੱਚ ਉਸ ਨੂੰ ਜ਼ਲੀਲ ਕਰਨ ਲਈ ਜਿਹੜੇ ਪਿੰਡ ਦੇ ਪੰਡਿਤ ਪਰਮਾਨੰਦ ਨੇ ਉਹਨਾਂ ਨੂੰ ਬੁਲਾਇਆ ਗਿਆ ਸੀਗਾ। ਤਾਂ ਇਸ ਕਰਕੇ ਅਸੀਂ ਇੱਥੇ ਆਨਸਰ ਲਿਖਾਂਗੇ ਪੰਡਿਤ ਪਰਮਾਨੰਦ। ਤਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਬੇਟਾ 4-5 ਜਿਹੜੇ ਦੇ ਕਰੈਕਟਰਸ ਬਹੁਤ ਇੰਪੋਰਟੈਂਟ ਹੈ, ਉਹਨਾਂ ਦੇ ਵਿੱਚੋਂ ਕੋਈ ਵੀ ਪੇਪਰ 'ਚ ਆ ਸਕਦਾ ਹੈ। ਲਾਲਾ ਹੁਕਮ ਚੰਦ ਵਕੀਲ ਐਡਵੋਕੇਟ, ਪੰਡਿਤ ਪਰਮਾਨੰਦ ਜੋ ਪੰਡਿਤ ਹੈ ਉਸ ਪਿੰਡ ਦਾ, ਵਿਜय ਚੰਦ ਜੋ ਲੈਂਡਲੋਰਡ ਹੈ, ਅਤੇ ਸ਼ਾਹੂਕਾਰ ਥਾਮੂ ਰਾਮ ਹੈ। ਵੇਅਰ ਵਾਜ਼ ਮੁਲਕ ਰਾਜ ਆਨੰਦ ਸੈਕੰਡਰੀ ਸਕੂਲ ਸਿਚੁਏਟਿਡ? ਮੁਲਕ ਰਾਜ ਆਨੰਦ ਦਾ ਜਿਹੜਾ ਸੈਕੰਡਰੀ ਸਕੂਲ ਹੈ ਉਹ ਕਿੱਥੇ ਸਥਿਤ ਸੀ? ਵੇਅਰ ਦਾ ਮਤਲਬ ਇੱਥੇ ਜਗ੍ਹਾ ਪੁੱਛੀ ਗਈ ਹੈ। ਹੁਣ ਤੁਸੀਂ ਬੇਟਾ ਸੈਕੰਡਰੀ ਸਕੂਲ 'ਚ ਪੜ੍ਹ ਰਹੇ ਹੋ, ਇਸੇ ਤਰ੍ਹਾਂ ਮੁਲਕ ਰਾਜ ਆਨੰਦ ਕਿਹੜੇ ਸਕੂਲ 'ਚ ਪੜ੍ਹਿਆ ਹੈ? ਸੈਕੰਡਰੀ ਸਕੂਲ 'ਚ ਪੜ੍ਹਿਆ ਸੀਗਾ। ਤਾਂ ਉਹ ਕਿੱਥੇ ਸੀਗਾ? ਤਾਂ ਇਹ ਜੌਡੀਆਲਾ ਸੀਗਾ ਜੀ, 3 miles ਫਰੋਮ ਹਿਸ ਵਿਲੇਜ। ਹੁਣ ਦੇਖੋ ਆਲੇ ਦੁਆਲੇ ਦੇ ਪਿੰਡਾਂ ਦੇ ਨਾਮ ਆ ਰਹੇ ਨੇ। ਜਿਹੜਾ ਮੁਲਕ ਰਾਜ ਆਨੰਦ ਹੈ ਇਹ ਇਸ ਪਿੰਡ ਦੇ ਵਿੱਚ ਪੜਿਆ ਸੀ ਜੋ ਕਿ ਇਸ ਪਿੰਡ ਤੋਂ 3 ਮੀਲ ਦੂਰ ਸੀ। ਦੇਖੋ ਯਾਦ ਰੱਖੋ, ਇਸ ਪਿੰਡ ਤੋਂ 6 ਮੀਲ ਦੂਰ ਸ਼ਹਿਰ ਹੈ, ਇਸ ਪਿੰਡ ਤੋਂ 3 ਮੀਲ ਦੂਰ
ਜਵੜੀਵਾਲਾ ਹੈ ਜਿੱਥੇ ਕਿ ਉਹ ਸੈਕੰਡਰੀ ਸਕੂਲ 'ਚ ਪੜ੍ਹੇ ਹੈ, ਜਿਵੇਂ ਆਪਣੇ ਸਕੂਲ ਦੇ ਵਿੱਚ ਕਈ ਨੇੜੇ ਦੇ ਪਿੰਡਾਂ ਤੋਂ ਬੱਚੇ ਪੜ੍ਹਨ ਆਉਂਦੇ ਆ। ਤਾਂ ਇਹ ਆਨਸਰ ਯਾਦ ਰੱਖਣਾ ਹੈ। ਤੇ ਇੱਕ ਹੋਰ ਪਿੰਡ ਜਿਹੜਾ ਜਿਹਦਾ ਨਾਮ ਆਇਆ ਸੀ ਉਹ ਕੀ ਸੀ ਜੀ? ਵੇਰਕਾ, ਜਿੱਥੋਂ ਕਿ ਪਿੰਡ ਵਾਲੀ ਪਾਸਿਆਂ ਨੇ ਇਹ ਸੋਚਿਆ ਸੀਗਾ ਕਿ ਆਪਾਂ ਇੱਥੋਂ ਦਾ ਜਿਹੜਾ ਨਾਈ ਹੈ ਉਸ ਨੂੰ ਆਪਾਂ ਬੁਲਾ ਕੇ ਆਪਣਾ ਕੰਮ ਸਾਰੀਏ। 19ਵਾਂ ਕੁਐਸਚਨ ਹੈ ਜੀ ਕਿ ਫॉर ਹਾਊ ਮੈਨੀ ਇਅਰਸ ਹੈਡ ਚੰਦੂਜ਼ ਮਦਰ ਸਫਰਡ ਦਾ ਹਿਊਮਿਲੀਏਸ਼ਨ ਆਫ ਦਾ ਅਪਰ ਕਾਸਟ ਪੀਪਲ ਆਫ ਦਾ ਵਿਲੇਜ। ਕਿੰਨੇ ਸਾਲਾਂ ਤੱਕ ਚੰਦੂ ਦੀ ਮਾਤਾ ਨੇ ਬੇਇੱਜ਼ਤੀ ਸਹੀ ਸੀ ਪਿੰਡ ਦੇ ਉੱਚੇ ਤਬਕੇ ਦੇ ਲੋਕਾਂ ਤੋਂ? ਹਿਊਮਿਲੀਏਸ਼ਨ ਦਾ ਮਤਲਬ ਹੁੰਦਾ ਬੇਟਾ ਬੇਇੱਜ਼ਤੀ, ਸਫਰ ਦਾ ਮਤਲਬ ਹੁੰਦਾ ਸਹਿਣਾ। ਤਾਂ 60 odd years, 60 odd years ਦਾ ਮਤਲਬ ਕਿ 60 ਸਾਲਾਂ ਤੋਂ ਜ਼ਿਆਦਾ। 60 years 60 ਸਾਲ ਹੋ ਗਏ, ਜੇ ਉਹਦੇ ਪਿੱਛੇ ਆਪਾਂ odd ਲਾ ਦਈਏ ਇਹਦਾ ਮਤਲਬ ਜ਼ਿਆਦਾ, 60 ਸਾਲ ਤੋਂ ਜ਼ਿਆਦਾ, 60 odd years। ਤਾਂ ਆਪਾਂ ਇਸ ਤਰ੍ਹਾਂ ਲਿਖ ਕੇ ਆਣਾ। ਲਾਸਟ ਕੁਐਸਚਨ ਹੈ ਜੀ ਸਾਡੇ ਨੋਟਸ ਦਾ, ਫਰੋਮ ਹੂਜ਼ ਸ਼ਾਪ ਡਿਡ ਚੰਦੂ ਗੈਟ ਦਾ ਆਈਡੀਆ ਆਫ ਓਪਨਿੰਗ ਹਿਜ਼ ਓਨ ਬਾਰਬਰ ਸ਼ਾਪ। ਕਿ ਚੰਦੂ ਨੇ ਦੇਖੋ ਆਪਣੇ ਪਿੰਡ ਦੇ ਵਿੱਚ ਦੁਕਾਨ ਖੋਲੀ ਸੀ ਨਾਈ ਦੀ, ਤਾਂ ਉਸਨੂੰ ਇਹ ਆਈਡੀਆ ਕਿੱਥੋਂ ਮਿਲਿਆ ਸੀ? ਫਰੋਮ ਹੂਜ਼ ਸ਼ਾਪ, ਕਿਸ ਦੀ ਸ਼ਾਪ ਦੇ ਤੋਂ ਚੰਦੂ ਨੂੰ ਇਹ ਆਈਡੀਆ ਆਇਆ ਕਿ ਉਹ ਆਪਣੀ ਸ਼ਾਪ ਖੋਲੇ, ਬਾਰਬਰ ਸ਼ਾਪ ਖੋਲੇ ਪਿੰਡ ਦੇ ਵਿੱਚ? ਤਾਂ ਬੇਟਾ ਬਿਲਕੁਲ ਆਈ ਥਿੰਕ ਇਹ ਸਟੋਰੀ ਦੇ ਲਾਸਟ ਪੈਰੇ ਦੇ ਵਿੱਚ ਇਸ ਦਾ ਜ਼ਿਕਰ ਆਂਦਾ ਹੈ। ਨਿਰੰਜਨ ਦਾਸ ਸੀਗਾ ਜੀ ਜਿਹੜਾ ਸ਼ਹਿਰ ਦਾ ਨਾਈ ਸੀ। ਯਾਦ ਕਰੋ ਜਦੋਂ ਚੰਦੂ ਨੇ ਹੜਤਾਲ ਕਰਤੀ ਸੀ ਪਿੰਡ ਦੇ ਵਿੱਚ, ਉਸਨੇ ਵਾਲ ਵਗੈਰਾ ਕੱਟਣੇ ਸਾਰਿਆਂ ਦੇ ਬੰਦ ਕਰਤੇ ਸੀ, ਤਾਂ ਉਸਨੇ ਫਿਰ ਹੁਣ ਆਪਣਾ ਗੁਜ਼ਾਰਾ ਤਾਂ ਕਰਨਾ ਸੀ, ਤਾਂ ਉਹ ਗੁਜ਼ਾਰੇ ਦੇ ਲਈ ਰੋਜ਼ ਸਾਈਕਲ ਤੇ ਜਿਹੜਾ ਕਿ ਉਸਨੇ 5 ਰੁਪਏ 'ਚ ਖਰੀਦਿਆ ਸੀ ਜਵਾਰੀ ਮੁੰਡੇ ਤੋਂ, ਲਾਲਾ ਹੁਕਮ ਚੰਦ ਦੇ, ਉਸ ਤੇ ਉਸਨੇ ਸ਼ਹਿਰ 'ਚ ਜਾਣਾ ਸ਼ੁਰੂ ਕਰਤਾ ਸੀ। ਤਾਂ ਸ਼ਹਿਰ 'ਚ ਜਾ ਕੇ ਉਸਦਾ ਕੰਮ ਬਹੁਤ ਵਧੀਆ ਚੱਲਿਆ ਸੀ ਤੇ ਸਾਨੂੰ ਪਤਾ ਹੈ ਕਿ ਉਸਦੀ ਮਾਂ ਵੀ ਬੜੀ ਖੁਸ਼ ਸੀਗੀ ਕਿਉਂਕਿ ਹੁਣ ਉਸਨੂੰ ਉਹਦਾ ਪੁੱਤ ਰੋਜ਼ ਪੈਸੇ ਲਿਆ ਕੇ ਦੇ ਰਿਹਾ ਸੀ। ਤਾਂ ਮਾਂ ਵੀ ਬਹੁਤ ਖੁਸ਼ ਸੀ, ਇਹਦਾ ਵੀ ਵਧੀਆ ਕੰਮ ਚੱਲਿਆ। ਤਾਂ ਜਦੋਂ ਇਹਨੇ ਸ਼ਹਿਰ ਜਾ ਕੇ ਨਿਰੰਜਨ ਦਾਸ ਨੂੰ ਦੇਖਿਆ ਤਾਂ ਉੱਥੇ ਉਸਨੇ ਵਾਚ ਕੀਤਾ ਹੋਣਾ ਕਿ ਸ਼ਹਿਰ ਦੇ ਜਿਹੜਾ ਪਿੰਡ ਦਾ ਸ਼ਹਿਰ ਦਾ ਨਾਈ ਸੀ, ਉਸ ਕੋਲ ਸਾਰੇ ਸ਼ਹਿਰ ਦੇ ਗਾਹਕ ਉਸਦੀ ਦੁਕਾਨ ਤੇ ਚੱਲ ਕੇ ਆਉਂਦੇ ਸੀ। ਤਾਂ ਫਿਰ ਉੱਥੋਂ ਇਹਨੂੰ ਆਈਡੀਆ ਮਿਲਿਆ ਕਿ ਜਿਵੇਂ ਸ਼ਹਿਰ ਦੇ ਵਿੱਚ ਸਾਰੇ ਬੰਦੇ ਨਾਈ ਦੀ ਦੁਕਾਨ ਤੇ ਜਾ ਕੇ ਹਜਾਮਤ ਕਰਵਾ ਕੇ ਆਉਂਦੇ ਨੇ, ਸ਼ੇਵਿੰਗ ਕਰਵਾ ਕੇ ਆਉਂਦੇ ਨੇ, ਕਿ ਮੇਰੀ ਦੁਕਾਨ ਤੇ ਨਹੀਂ ਆ ਸਕਦੇ ਇਹ? ਮੈਂ ਕਿਉਂ ਜਾਵਾਂ ਇਹਨਾਂ ਦੇ ਘਰੇ ਤੇ ਨਾਲੇ ਬੇਇੱਜ਼ਤੀ ਕਰਾਵਾਂ ਆਪਣੀ? ਫਿਰ ਉਸਨੇ ਆ ਕੇ ਪਿੰਡ 'ਚ ਦੁਕਾਨ ਖੋਲੀ ਸੀ। ਆਈ ਥਿੰਕ ਇਹ ਪਹਿਲਾ ਨਾਈ ਸੀਗਾ ਜਿਸਨੇ ਕਿ ਆਪਣੇ ਪਿੰਡ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਸ਼ਾਪ ਖੋਲੀ ਸੀ ਜਦੋਂ ਸਾਡਾ ਭਾਰਤ ਜੀ ਆਜ਼ਾਦ ਹੀ ਹੋਇਆ ਸੀ, ਥੋੜਾ ਟਾਈਮ ਹੀ ਹੋਇਆ ਸੀ। ਇਸੇ ਕਰਕੇ ਫਿਰ ਇਸ ਨੂੰ ਕੀ ਕਿਹਾ ਗਿਆ ਸੀਗਾ ਜੀ ਆਪਣੇ ਰਾਈਟਰ ਵੱਲੋਂ, ਮੁਲਕ ਰਾਜ ਆਨੰਦ ਵੱਲੋਂ, ਵਨ ਆਫ ਦਾ ਮਾਡਰਨ ਮੇਕਰਸ ਆਫ ਇੰਡੀਆ। ਆਪਾਂ ਇਹ ਲਾਈਨ ਆਪਣੇ ਵੱਡੇ ਕੁਐਸਚਨ 'ਚ ਵੀ ਲਿਖੀ ਹੈ। ਕੁਝ ਹੋਰ ਕੁਐਸਚਨ ਹੈ ਜੀ, ਉਹ ਵੀ ਅਸੀਂ ਕਵਰ ਕਰਾਂਗੇ, ਸਾਡੇ ਇਹ ਜਿਹੜੇ ਨਵੇਂ ਨੋਟਸ ਆਏ ਆ ਉਹਨਾਂ 'ਚ ਹੈ। ਤਾਂ ਵਟ ਡਿਡ ਚੰਦੂ ਵਿਨ ਐਟ ਸਕੂਲ? ਚੰਦੂ ਨੇ ਸਕੂਲ ਦੇ ਵਿੱਚ ਕੀ ਜਿੱਤਿਆ ਸੀ? ਤਾਂ ਇਹ ਵੀ ਆਇਆ ਬੱਚਿਓ, ਪੜ੍ਹਨ 'ਚ ਅੱਛਾ ਸੀ ਚੰਦੂ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ। ਤਾਂ ਉਸਨੇ ਬੇਟਾ ਸਕਾਲਰਸ਼ਿਪ ਜਿੱਤੀ ਸੀ, ਵਜ਼ੀਫਾ ਜਿੱਤਿਆ ਸੀ। ਵਜ਼ੀਫਾ ਜਿੱਤਿਆ ਸੀ, ਉਸਨੂੰ ਮਿਲਿਆ ਨਹੀਂ ਸੀ, ਮਤਲਬ ਕਿਸੇ ਕੈਟਾਗਰੀ ਦੇ ਕਰਕੇ ਜਾਂ ਕਿਸੇ ਹੋਰ ਕੰਮ ਕਰਕੇ ਉਸਨੂੰ ਮਿਲਿਆ ਨਹੀਂ ਸੀ, ਉਸਨੇ ਵਜ਼ੀਫਾ ਜਿੱਤਿਆ ਸੀ। ਤਾਂ ਇਹ ਧਿਆਨ 'ਚ ਰੱਖਣਾ ਹੈ, ਉਸਨੇ ਸਕਾਲਰਸ਼ਿਪ ਜਿੱਤੀ ਸੀ, ਕੋਈ ਪ੍ਰਾਈਜ਼ ਜਾਂ ਬੁੱਕ ਨਹੀਂ ਸੀ ਜਿੱਤਿਆ। ਸੈਕਿੰਡ ਕੁਐਸਚਨ ਹੈ, ਵਟ ਕਾਈਂਡ ਆਫ ਸ਼ੂਜ਼ ਡਿਡ ਦਾ ਰਾਈਟਰ ਵੇਅਰ? ਕਿ ਰਾਈਟਰ ਦੇ ਕੋਲੇ ਕਿਦਾਂ ਦੇ ਸ਼ੂਜ਼ ਹੁੰਦੇ ਸੀ? ਰਾਈਟਰ ਤਾਂ ਤੁਹਾਨੂੰ ਪਤਾ ਨਾ ਬੱਚਿਓ, ਇਹ ਬਾਹਮਣਾ ਦਾ ਮੁੰਡਾ ਸੀਗਾ, ਪੰਡਤਾਂ ਦਾ ਮੁੰਡਾ ਸੀ, ਤਾਂ ਇਹ ਪੈਸੇ ਪੂਸੇ ਵਾਲਾ ਵੀ ਸੀ, ਵਧੀਆ ਪੈਸੇ ਸੀਗੇ ਇਹਦੇ ਮੰਮੀ ਡੈਡੀ ਕੋਲ। ਤਾਂ ਇਹਨੂੰ ਤਾਂ ਹਮੇਸ਼ਾ ਪ੍ਰੈਸ ਕੀਤੀਆਂ ਪੈਂਟਾਂ ਮਿਲਦੀਆਂ ਸੀ ਤੇ ਇਸਨੂੰ ਸ਼ੂਜ਼ ਮਿਲਦੇ ਸੀਗੇ। ਚੰਦੂ ਇਹਦਾ ਪੱਕਾ ਯਾਰ ਸੀ, ਚੰਦੂ ਕੋਲੇ ਤਾਂ ਮੰਗਵੇਂ ਕੱਪੜੇ ਪਾਏ ਹੁੰਦੇ ਸੀ, ਜਿਵੇਂ ਆਪਾਂ ਪੜ੍ਹਿਆ ਸੂਬੇਦਾਰ ਨੇ ਤਾਂ ਉਸਨੂੰ ਸ਼ਾਰਟ ਦਿੱਤੀ ਹੋਈ ਸੀ ਆਪਣੀ। ਤਾਂ ਰਾਈਟਰ ਕੋਲੇ ਜਿਹੜੇ ਸ਼ੂਜ਼ ਸੀ ਕਿਦਾਂ ਦੇ ਸੀਗੇ ਜੀ? ਗੋਲਡ ਵਰਕਡ ਵਾਲੇ, ਮਤਲਬ ਕਿ ਗੋਲਡ ਵਰਕਡ, ਇਹੋ ਜਿਹੇ ਸ਼ੂਜ਼ ਜਿਨ੍ਹਾਂ ਦੇ ਉੱਪਰ ਗੋਲਡਨ ਵਰਕ ਕੀਤਾ ਹੁੰਦਾ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸੋਨੇ ਦੇ ਕੰਮ ਵਾਲੇ, ਮਤਲਬ ਸੋਨਾ ਨਹੀਂ ਲੱਗਿਆ ਹੁੰਦਾ, ਐ ਨਾ ਕਹੋ ਤੁਸੀਂ, ਸੋਨੇ ਦਾ ਮਤਲਬ ਹੋ ਗਿਆ ਕਿ ਉਸ ਤਰ੍ਹਾਂ ਦਾ ਕੰਮ ਕੀਤਾ ਹੁੰਦਾ ਸੀ। ਤਾਂ ਜਿਵੇਂ ਗੋਲਡਨ ਤਰ੍ਹਾਂ ਦੇ ਸ਼ੂਜ਼ ਹੁੰਦੇ ਤਾਂ ਏਦਾਂ ਦੇ ਪਾਉਂਦਾ ਸੀਗਾ ਉਹ। ਤਾਂ ਇਹ ਪਹਿਲਾਂ ਵੀ ਆ ਚੁੱਕਿਆ ਕਿ ਖਾਕੀ ਸ਼ੋਰਟ ਚੰਦੂ ਨੂੰ ਕਿਹਨੇ ਦਿੱਤੀ ਸੀ ਜੀ? ਸੂਬੇਦਾਰ ਨੇ। ਤਾਂ ਹੁਣ ਇੱਥੇ ਤੁਸੀਂ ਸ਼ਾਹੂਕਾਰ, ਨੰਬਰਦਾਰ, ਜੈਲਦਾਰ, ਸਾਰੇ ਦਾਰ ਨੇ, ਬਟ ਐਕਚੁਅਲੀ ਕੌਣ ਸੀਗਾ ਜੀ? ਸੂਬੇਦਾਰ। ਤਾਂ ਧਿਆਨ ਰੱਖਣਾ, ਕਾਲੀ ਨਹੀਂ ਕਰਨੀ ਕਿਤੇ, ਦਾਰ ਦੇਖ ਕੇ ਚੱਕ ਦੋ ਫੱਟੇ। ਚੌਥਾ ਕੁਐਸਚਨ ਹੈ ਜੀ ਕਿ ਵਟ ਡਿਡ ਲਾਲਾ ਹੁਕਮ ਚੰਦ ਗਿਵ ਟੂ ਚੰਦੂ? ਲਾਲਾ ਹੁਕਮ ਚੰਦ ਨੇ ਚੰਦੂ ਨੂੰ ਕੀ ਦਿੱਤਾ ਸੀ? ਤਾਂ ਲਾਲਾ ਹੁਕਮ ਚੰਦ ਨੇ ਉਸ ਨੂੰ ਇੱਕ ਕੈਪ ਦਿੱਤੀ ਸੀਗੀ, ਰਾਉਂਡ ਫੈਲਟ ਕੈਪ। ਦੇਖੋ ਇੱਥੇ ਹੈਟ ਵੀ ਲਿਖਿਆ, ਹੈਟ ਹੋਰ ਚੀਜ਼ ਹੁੰਦੀ ਹੈ, ਕੈਪ ਹੋਰ ਚੀਜ਼ ਹੁੰਦੀ ਹੈ।
ठीक है, ਤਾਂ ਉਸਨੇ ਰਾਉਂਡ ਇੱਕ ਗੋਲ ਟੋਪੀ ਦਿੱਤੀ ਸੀਗੀ। ਇਹ ਕਿਸਨੇ ਦਿੱਤੀ ਸੀ? ਲਾਲਾ ਹੁਕਮਚੰਦ ਨੇ। ਦੇਖੋ ਸ਼ਾਰਟਸ ਉਹਨੂੰ ਦਿੱਤੀਆਂ ਸੀ ਸੂਬੇਦਾਰ ਨੇ, ਤੇ ਹੁਕਮਚੰਦ ਨੇ ਕੀ ਦਿੱਤੀ ਸੀ? ਉਸਨੂੰ ਕੈਪ ਦਿੱਤੀ ਸੀ, ਧਿਆਨ ਰੱਖਣਾ। ਤਾਂ ਚੰਦੂ ਦੇ ਪਿਤਾ ਜੀ ਕਿਹੜੀ ਡਿਸੀਜ਼ ਤੋਂ ਮਰੇ? ਆਪਾਂ ਪਹਿਲਾਂ ਹੀ ਕਹਿ ਚੁੱਕੇ ਬੇਟਾ, ਉਹ ਪਲੇਗ ਤੋਂ ਉਹਨਾਂ ਦੀ ਡੈਥ ਹੋਈ ਸੀ। ਇਹ ਵੀ ਆਪਾਂ ਕਰ ਚੁੱਕੇ। ਨਹੀਂ, ਇਹ ਨਹੀਂ ਕੀਤਾ ਕਿ ਚੰਦੂ ਵਾਜ਼ ਐਨ ਐਕਸਪਰਟ ਐਟ ਕੈਚਿੰਗ, ਕਿ ਚੰਦੂ ਮਾਹਰ ਸੀਗਾ, ਦੋ ਕੰਮਾਂ 'ਚ ਮਾਹਰ ਸੀ। ਇੱਕ ਕੰਮ ਦੀ ਤਾਂ ਅਸੀਂ ਬੇਟਾ ਗੱਲ ਕਰ ਲਈ ਕਿ ਉਹ ਬਹੁਤ ਵਧੀਆ ਇੰਟ੍ਰਿਕੇਟ ਕਾਈਟਸ ਬਣਾਉਂਦਾ ਸੀਗਾ। ਦੂਸਰੇ ਕੰਮ 'ਚ ਮਾਹਰ ਸੀਗਾ ਜੀ ਕਿ ਉਹ ਵਾਸਪ ਫੜ ਲੈਂਦਾ ਸੀ। ਵਾਸਪ ਭਰਿੰਡਾਂ ਨੂੰ ਕਿਹਾ ਜਾਂਦਾ, ਕਿ ਭਰਿੰਡ ਨੂੰ ਫੜ ਲੈਂਦਾ ਸੀ ਚੰਦੂ। ਫਿਰ ਉਹ ਕੀ ਕਰਦਾ ਸੀਗਾ? ਭਰਿੰਡ ਨੂੰ ਪਕੜ ਕੇ ਉਹਦੀ ਜ਼ਹਿਰ ਕੱਢ ਦਿੰਦਾ ਸੀ। ਦੇਖੋ ਇਹੋ ਜਿਹਾ ਸੀ, ਮਾਰਦਾ ਨਹੀਂ ਸੀ, ਜ਼ਹਿਰ ਕੱਢ ਕੇ ਫਿਰ ਛੱਡ ਦਿੰਦਾ ਸੀ। ਇੱਕ ਤਾਂ ਹੁੰਦੇ ਆ ਨਾ ਵੀ ਭਰਿੰਡ ਫੜ ਲਈ ਮਾਰਤੀ, ਉਹ ਗੱਲ ਅਲੱਗ ਹੈ, ਲੇਕਿਨ ਚੈਪਟਰ ਦੇ ਵਿੱਚ ਲਿਖਿਆ ਹੋਇਆ ਕਿ ਜਿਹੜਾ ਚੰਦੂ ਹੈ ਵਾਸਪ ਨੂੰ ਪਕੜ ਕੇ ਉਹਦਾ ਡੰਗ ਕੱਢ ਕੇ ਫਿਰ ਉਹਨੂੰ ਛੱਡ ਦਿੰਦਾ ਸੀ। ਤੇ ਇੱਕ ਵਾਰੀ ਫਿਰ ਜਿਹੜਾ ਸਾਡਾ ਰਾਈਟਰ ਹੈ ਸ਼ਾਹੂਕਾਰ ਨੇ, ਸੌਰੀ ਜਿਹੜਾ ਸਾਡਾ ਮੁਲਕ ਰਾਜ ਆਨੰਦ ਹੈ, ਇਸ ਨੇ ਵੀ ਇਹ ਭਿੰਡਰ ਫੜ ਕੇ ਉਹਨੂੰ ਡੰਗ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਬਦਲੇ 'ਚ ਡੰਗਾਂ ਹੀ ਇਹਦੀ ਆਪਣੀ ਪੈ ਗਈਆਂ ਸੀਗੀਆਂ, ਮਤਲਬ ਕਿ ਡੰਗ ਪੈ ਗਈ ਸੀਗੀ ਭਿੰਡ ਦੀ, ਤੇ ਇਤੋਂ ਇਹ ਕੰਮ ਨਹੀਂ ਸੀ ਹੋਇਆ। ਸਤਵਾਂ ਹੈ ਜੀ ਕਿ ਹਾਊ ਡਿਡ ਲਾਇਰ ਲਾਲਾ ਹੁਕਮਚੰਦ ਗੋ ਟੂ ਦਾ ਡਿਸਟ੍ਰਿਕਟ ਕੋਰਟ? ਪਹਿਲਾਂ ਅਸੀਂ ਕਰ ਚੁੱਕੇ। ਤਾਂ ਬੱਚੇ ਉਹਦੇ ਕੋਲ ਇੱਕ ਬੱਗੀ ਸੀ ਬਾਈਫੀਟੋਂ, ਤਾਂ ਉਹਦੇ ਨਾਲ ਉਹ ਜਾਂਦਾ ਸੀਗਾ। ਹਾਂਜੀ, ਇੱਕ ਹੋਰ ਆਇਆ ਸਾਡੇ ਕਰੈਕਟਰ ਕਿ ਨੇਮ ਦਾ ਡੈਂਟਿਸਟ, ਦੰਦਾਂ ਵਾਲਾ ਡਾਕਟਰ। ਦੰਦਾਂ ਵਾਲਾ ਡਾਕਟਰ ਆਇਆ ਜੀ, ਜਿਸ ਨੂੰ ਕਿ ਦੇਖ ਕੇ ਚੰਦੂ ਬੜਾ ਇੰਪ੍ਰੈਸ ਹੁੰਦਾ ਸੀ। ਉਸਦਾ ਨਾਮ ਕੀ ਸੀਗਾ ਜੀ? ਤਾਂ ਫਾਲਨ ਖਾਨ, ਕੈਲੀ ਖਾਨ, ਕਾਲਾ ਖਾਨ, ਸਲੀਮ ਖਾਨ। ਤਾਂ ਆਨਸਰ ਹੈ ਜੀ ਕਾਲਨ ਖਾਨ। ਤਾਂ ਇਹ ਤੁਸੀਂ ਯਾਦ ਰੱਖਣਾ ਹੈ। ਯਾਦ ਕਰੋ, ਇਹ ਜਿਹੜਾ ਕਾਲਨ ਖਾਨ ਸੀਗਾ, ਇਸ ਨੂੰ ਦੇਖ ਕੇ ਚੰਦੂ ਨੂੰ ਇਹ ਲੱਗਦਾ ਸੀ ਕਿ ਜਿਵੇਂ ਇਹ ਦੰਦਾਂ ਦਾ ਇਲਾਜ ਕਰਦਾ ਤਾਂ ਮੈਂ ਵੀ ਤਾਂ ਚਿਹਰੇ ਦਾ ਇਲਾਜ ਕਰਦਾ। ਤਾਂ ਜੇ ਇਸ ਨੂੰ ਸਾਰੇ ਡਾਕਟਰ ਸਾਹਿਬ ਬੁਲਾਉਂਦੇ ਨੇ, ਮੈਨੂੰ ਵੀ ਡਾਕਟਰ ਸਾਹਿਬ ਕਹਿਣ, ਫਰਕ ਤਾਂ ਕੁਛ ਨਹੀਂ। ਇਹ ਵੀ ਟੀਥ ਦਾ ਇਲਾਜ ਕਰਦਾ ਹੈ, ਮੈਂ ਵੀ ਲੋਕਾਂ ਦੇ ਜਿਹੜੇ ਚਿਹਰੇ ਦਾ ਇਲਾਜ ਕਰਦਾ ਹੈ। ਕਈ ਲੋਕਾਂ ਦੇ ਚਿਹਰਿਆਂ ਦੇ ਉੱਪਰ ਕੀਲ ਮੁਹਾਸੇ ਹੋ ਜਾਂਦੇ ਆ, ਮੈਂ ਉਹਨਾਂ ਨੂੰ ਠੀਕ ਕਰਦਾ। ਤਾਂ ਮੈਨੂੰ ਵੀ ਡਾਕਟਰ, ਇਹ ਦੇਖੋ ਇਹਦੀ ਆਪਣੀ ਥਿੰਕਿੰਗ ਸੀਗੀ ਚੰਦੂ ਦੀ। ਤਾਂ ਉਸ ਨੂੰ ਲੱਗਦਾ ਸੀ ਕਿ ਮੈਨੂੰ ਵੀ ਡਾਕਟਰ ਵਰਗੇ ਕੱਪੜੇ ਪਾਣੇ ਚਾਹੀਦੇ ਆ। ਇਸੇ ਕਰਕੇ ਫਿਰ ਉਹ ਸ਼ਹਿਰ ਤੋਂ ਉਹ ਵਾਲੇ ਕੱਪੜੇ ਪਾ ਲਿਆ ਆਇਆ ਸੀਗਾ, ਬੈਗ ਲਿਆਇਆ ਸੀ ਉਹਦੇ ਵਾਂਗੂ, ਇਸ ਡੈਂਟਿਸਟ ਵਾਂਗੂ, ਡਾਕਟਰ ਕਾਲਨ ਖਾਨ ਵਾਂਗੂ ਉਦਾਂ ਦਾ ਬੈਗ ਲਿਆਇਆ ਸੀ, ਜਿਹਦੇ ਵਿੱਚ ਇਹਨੇ ਆਪਣੇ ਸਾਰੇ ਔਜ਼ਾਰ ਵਗੈਰਾ ਰੱਖ ਲਏ ਸੀ। ਉਹ ਬੈਗ ਲੈਦਰ ਦਾ ਸੀ। ਉਹ ਲੈਦਰ ਦਾ ਬੈਗ ਲੈ ਕੇ ਇਹ ਵਿਜੈ ਚੰਦ ਦੇ ਘਰੇ ਚਲਾ ਗਿਆ ਸੀ, ਜਿਸ ਕਰਕੇ ਇਹਨੂੰ ਫਿਰ ਗਾਲਾਂ ਪਈਆਂ ਸੀਗੀਆਂ। ਸਾਰੇ ਪਿੰਡ 'ਚ ਇਸ ਦੀ ਵਿਚਾਰੀ ਦੀ ਬੇਇੱਜ਼ਤੀ ਹੋਈ ਸੀ। ਇਸ ਤਰੀਕੇ ਦੇ ਨਾਲ ਇਹ ਗੱਲ ਹੋਈ ਸੀ। ਆਪਾਂ ਸਾਰਾ ਚੈਪਟਰ ਪੜ੍ਹਿਆ। ਹਾਊ ਫਾਰ ਵਾਜ਼ ਜੋਡੀਆਲਾ ਫਰੋਮ ਚੰਦੂਜ਼ ਵਿਲੇਜ? ਪਹਿਲਾਂ ਵੀ ਆਪਾਂ ਕਰ ਚੁੱਕੇ ਬੇਟਾ। ਇਹ ਜਿਹੜਾ ਪਿੰਡ ਸੀਗਾ ਇਹ 3 ਮੀਲ ਦੂਰ ਸੀ ਇੱਥੋਂ ਸੈਕੰਡਰੀ ਸਕੂਲ ਚੋਂ ਰਾਈਟਰ ਪੜ੍ਹਿਆ ਸੀ। ਤੇ ਸਾਨੂੰ ਇਹ ਵੀ ਪਤਾ ਹੈ ਕਿ ਇਸ ਸੈਕੰਡਰੀ ਸਕੂਲ ਦੇ ਵਿੱਚ ਚੰਦੂ ਨਹੀਂ ਸੀ ਪੜ੍ਹਿਆ। ਰੀਜ਼ਨ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਉਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ। ਪ੍ਰਾਇਮਰੀ ਸਕੂਲ 'ਚ ਇਕੱਠੇ ਪੜ੍ਹੇ ਸੀ। ਪ੍ਰਾਇਮਰੀ ਸਕੂਲ ਇਹਨਾਂ ਦੇ ਪਿੰਡ ਦਾ ਹੀ ਸੀਗਾ, ਉਸੇ ਪਿੰਡ 'ਚ ਹੀ ਸੀ, ਉੱਥੇ ਇਕੱਠੇ ਪੜ੍ਹੇ ਸੀ। ਲੇਕਿਨ ਸੈਕੰਡਰੀ 'ਚ ਜਾਣ ਵੇਲੇ ਇਸ ਦੀ ਫਾਦਰ ਦੀ ਡੈਥ ਹੋ ਗਈ, ਇਹ ਜਾ ਨਹੀਂ ਪਾਇਆ, ਤਾਂ ਪੜ੍ਹਾਈ ਇਹਦੀ ਛੁੱਟ ਗਈ। ਹਾਂਜੀ, ਹੂਜ਼ ਸਨ ਵਾਜ਼ ਦੇਵੀ? ਤਾਂ ਇਹ ਆਇਆ ਜੀ ਚੈਪਟਰ ਦੇ ਵਿੱਚ ਕਿ ਦੇਵੀ ਕਿਸ ਦਾ ਪੁੱਤਰ ਸੀ? ਤਾਂ ਦੇਵੀ ਬੱਚਿਓ ਵਿਜੈ ਚੰਦ ਦਾ ਪੁੱਤਰ ਸੀਗਾ। ਦੇਵੀ ਕਾਫੀ ਅਟੈਚ ਸੀਗਾ ਚੰਦੂ ਨਾਲ। ਸਗੋਂ ਜਦੋਂ ਚੰਦੂ ਨੂੰ ਉਸਦਾ ਦੇਵੀ ਦਾ ਫਾਦਰ ਵਿਜੈ ਚੰਦ ਗਾਲਾਂ ਕੱਢ ਰਿਹਾ ਸੀ ਤਾਂ ਦੇਵੀ ਨੂੰ ਬੁਰਾ ਲੱਗਿਆ ਸੀ। ਦੇਵੀ ਛੋਟਾ ਸੀਗਾ, ਉਸਨੂੰ ਬੁਰਾ ਲੱਗਿਆ ਸੀ ਕਿ ਐਵੇਂ ਨਹੀਂ ਕਹਿਣਾ ਚਾਹੀਦਾ। ਤਾਂ ਦੇਵੀ ਯਾਦ ਰੱਖਣਾ, ਦੇਵੀ ਕੌਣ ਹੈ ਜੀ? ਵਿਜੈ ਚੰਦ ਦਾ ਬੇਟਾ ਹੈ। ਸਿਰਫ ਇੱਕ ਲਾਈਨ 'ਚ ਇਸ ਦਾ ਜ਼ਿਕਰ ਆਉਂਦਾ ਪੂਰੇ ਚੈਪਟਰ 'ਚ। ਵਟ ਵਾਜ਼ ਦਾ ਮੇਕ ਆਫ ਚੰਦੂਜ਼ ਬਾਈਸਿਕਲ? ਹਾਂਜੀ, ਜਿਹੜੀ ਚੰਦੂ ਨੇ ਬਾਈਸਿਕਲ ਖਰੀਦੀ ਸੀਗੀ ਲਾਲਾ ਹੁਕਮਚੰਦ ਦੇ ਜਵਾਰੀ ਮੁੰਡੇ ਤੋਂ, ਉਹ ਕਿੱਥੋਂ ਦੀ ਬਣੀ ਹੋਈ ਸੀ? ਤਾਂ ਉਹ ਜੈਪਨੀ ਸੀਗੀ ਜੀ, ਜਾਪਾਨ ਦੀ ਬਣੀ ਹੋਈ ਸਾਈਕਲ ਸੀ। 5 ਰੁਪਏ 'ਚ ਦੇਖੋ ਜਾਪਾਨੀ ਸਾਈਕਲ ਖਰੀਦੀ ਸੀ ਇਹਨੇ। ਕੁਛ ਅੱਗੇ ਜੀ ਖਾਲੀ ਥਾਵਾਂ ਨੇ। ਤੇ 12ਵੀਂ ਹੈ, ਦਾ ਸ਼ਾਹੂਕਾਰ ਲੁਕਡ ਲਾਈਕ ਅ ਡੈਸ਼ ਵਿਦਾਊਟ ਬੀਇੰਗ ਟ੍ਰਿਮਡ ਬਾय ਦਾ ਬਾਰਬਰ। ਦੇਖੋ ਸ਼ਾਹੂਕਾਰ ਇੱਕ ਲੈਪਰ ਦੀ ਤਰ੍ਹਾਂ ਨਜ਼ਰ ਆ ਰਿਹਾ ਸੀ। ਲੈਪਰ ਦਾ ਮਤਲਬ ਹੁੰਦਾ ਕੋੜੀ। ਇੱਥੇ ਹੁਣ ਤੁਸੀਂ ਧਿਆਨ 'ਚ ਰੱਖਣਾ, ਨਾ ਤਾਂ ਸ਼ਾਹੂਕਾਰ ਥਾਣੂ ਰਾਮ ਦੀ ਸ਼ੇਵ ਹੋਈ ਸੀ ਕਾਫੀ ਦਿਨ, ਤੇ ਨਾ ਹੀ ਵਿਜੈ ਚੰਦ ਦੀ ਸ਼ੇਵ ਹੋਈ ਸੀ ਕਾਫੀ ਦਿਨ। ਤਾਂ ਵਿਜੈ ਚੰਦ ਦਾ ਲੱਗ ਰਿਹਾ ਸੀਗਾ ਬੁੱਢਾ ਸ਼ੇਰ, ਠੀਕ ਹੈ ਜੀ, ਤੇ ਬਿਮਾਰ ਸ਼ੇਰ, ਸੌਰੀ ਸਿੱਕ ਲਾਈਨ ਦੀ ਤਰ੍ਹਾਂ ਲੱਗ ਰਿਹਾ ਸੀ ਵਿਜੈ ਚੰਦ। ਜਿਹੜਾ ਸ਼ਾਹੂਕਾਰ ਸੀ ਉਹ ਲੱਗ ਰਿਹਾ ਸੀਗਾ ਲੈਪਰ ਦੀ ਤਰ੍ਹਾਂ, ਕੋੜੀ ਦੀ ਤਰ੍ਹਾਂ। ਤਾਂ ਕਿਉਂਕਿ ਉਸਦੀ ਟ੍ਰਿਮਿੰਗ ਨਹੀਂ ਸੀ ਹੋਈ, ਉਸਦੀ ਸ਼ੇਵ ਨਹੀਂ ਸੀ। ਤਾਂ ਧਿਆਨ ਰੱਖਣਾ, ਉਲਟਾ ਪੁਲਟਾ ਨਹੀਂ ਕਰ ਦੇਣਾ। ਥਾਨੂ ਰਾਮ ਵਾਜ਼ ਰਨਿੰਗ ਅ ਡੈਸ਼ ਸ਼ਾਪ ਇਨ ਦਾ ਵਿਲੇਜ। ਤੁਹਾਨੂੰ ਪਤਾ ਥਾਨੂ ਰਾਮ ਸ਼ਾਹੂਕਾਰ ਹੈ, ਤਾਂ ਨੈਚੁਰਲੀ ਉਹ ਗਰੋਸਰਸ, ਜਿਹੜੀ ਗਰੋਸਰ ਦੀ ਹੁੰਦੀ ਹੈ ਦੁਕਾਨ ਹੁੰਦੀ ਹੈ, ਉਹ ਚਲਾ ਰਿਹਾ ਸੀਗਾ ਜੀ। ਚੰਦੂਜ਼ ਮਦਰ ਵਾਜ਼ ਅ ਡੈਸ਼ ਵੂਮਨ। ਇਹ ਇੰਪੋਰਟੈਂਟ ਕੁਐਸਚਨ ਹੈ। ਦੇਖੋ ਇੱਥੇ ਲਿਖਿਆ ਹੋਇਆ ਕੈਟੈਂਕਰਸ ਐਂਡ ਗ੍ਰੀਗੇਰੀਅਸ।
ਤਾਂ ਮੈਂ ਤੁਹਾਨੂੰ ਦੱਸਿਆ ਸੀ ਝਗੜਾਲੂ, ਤਾਂ ਇਹ ਝਗੜਾਲੂ ਕਿਸਮ ਦੀ ਔਰਤ ਸੀਗੀ, ਖਾਣ ਨੂੰ ਹੀ ਪੈਂਦੀ ਸੀ ਸਾਰਿਆਂ ਨੂੰ। ਤਾਂ ਅਸੀਂ ਇੱਥੇ ਆਨਸਰ ਲਿਖਾਂਗੇ ਕੈਂਟੈਕਰਸ। ਇਹ ਹੈ ਥੋੜੇ ਜਿਹੇ ਔਖੇ ਜਿਹੇ ਵਰਡਸ ਹੈ ਬਟ ਤੁਸੀਂ ਯਾਦ ਰੱਖਣੇ ਹੈ। ਤਾਂ ਇਹ ਵਾਲਾ ਤੁਸੀਂ ਜਿਹੜਾ ਜੇ ਆ ਜਾਂਦਾ ਕੁਐਸਚਨ ਚ ਤਾਂ ਤੁਸੀਂ ਇਹ ਪਾ ਕੇ ਆਣਾ। ਲਾਸਟ ਹੈ ਜੀ ਸਾਡਾ, ਦਾ ਵਿਲੇਜਰਸ ਥੌਟ ਆਫ ਕਾਲਿੰਗ ਦਾ ਬਾਬਰ ਫਰੋਮ ਵੇਰਕਾ ਟੂ ਅਟੈਂਡ ਅਪਨ them। ਪਹਿਲਾਂ ਵੀ ਆ ਚੁੱਕਿਆ ਕਿ ਨਾਲ ਦਾ ਪਿੰਡ ਸੀਗਾ ਵੇਰਕਾ, ਉੱਥੋਂ ਬਾਬਰ ਨੂੰ ਬੁਲਾ ਕੇ ਜਿਹੜੇ ਇੱਥੇ ਦੇ ਲੋਕ ਸੀਗੇ ਉਹਨਾਂ ਨੇ ਸੋਚਿਆ ਸੀ ਕਿ ਆਪਾਂ ਆਪਣਾ ਕੰਮ ਸਾਰੀਏ, ਕਿਉਂਕਿ ਹੁਣ ਚੰਦੂ ਤਾਂ ਹੁਣ ਸਟ੍ਰਾਈਕ ਤੇ ਚਲਾ ਗਿਆ। ਤਾਂ ਬੇਟਾ ਅੱਗੇ ਹੈਗੇ ਜੀ ਇਸ ਦੇ ਸ਼ਾਰਟ ਆਨਸਰ ਟਾਈਪ ਕੁਐਸਚਨ। ਇਹ ਆਲਰੇਡੀ ਬੇਟਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਕਰਵਾ ਚੁੱਕਿਆ, ਤੁਹਾਡੀਆਂ ਕਾਪੀਜ਼ ਤੇ ਨੋਟਡ ਹੈ, ਇਹ ਕਲਾਸ ਦੇ ਵਿੱਚ ਵੀ ਤੁਹਾਨੂੰ ਸਮਝਾਏ ਨੇ ਤੇ ਬਕਾਇਦਾ ਮੈਂ ਇਸ ਦੇ ਵੀਡੀਓਜ਼ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਹੈ। ਤਾਂ ਤੁਸੀਂ ਉਹੀ ਕਰਨੇ ਆ, ਕਿਉਂਕਿ ਮੈਂ ਬਹੁਤ ਈਜ਼ੀ ਲੈਂਗੁਏਜ ਦੇ ਵਿੱਚ ਉਹ ਜਿਹੜੇ ਆਨਸਰਸ ਹੈ ਫਰੇਮ ਕੀਤੇ ਹੋਏ ਆ। ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਿਆ ਸੀ ਬੇਟਾ ਕਿ ਇਸ ਦੇ ਜਿਹੜੇ ਲੌਂਗ ਆਨਸਰ ਟਾਈਪ ਕੁਐਸਚਨ ਦੇ ਵਿੱਚ ਜਿਹੜਾ ਸਭ ਤੋਂ ਮੇਨ ਕੁਐਸਚਨ ਹੈ ਉਹ ਹੈ ਕਰੈਕਟਰ ਸਕੈਚ ਆਫ ਚੰਦੂ। ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਰੀ ਸ਼ਾਇਦ ਇਹ ਆ ਸਕਦਾ, ਬਿਕੋਜ਼ ਪਹਿਲਾਂ ਘੱਟ ਆਇਆ ਇਹ ਤੇ ਇੰਪੋਰਟੈਂਟ ਕਰੈਕਟਰ ਸਕੈਚ ਹੈ। ਤੁਸੀਂ ਤੁਹਾਡੇ ਵਿੱਚੋਂ ਬਹੁਤ ਸਾਰੇ ਸਟੂਡੈਂਟਸ ਨੇ ਮੈਨੂੰ ਕਲਾਸ ਦੇ ਵਿੱਚ ਇਹ ਕਰੈਕਟਰ ਸਕੈਚ ਲਿਖ ਕੇ ਦਿਖਾਇਆ ਹੈ, ਤੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਚਾਹੀਦਾ ਹੈ। ਇਸ ਦਾ ਮੈਂ ਬਹੁਤ ਹੀ ਸਿੰਪਲ ਸੈਂਟੈਂਸਿਸ ਦੇ ਵਿੱਚ ਬਣਾ ਕੇ ਤੁਹਾਨੂੰ ਮੈਂ ਸਮਝਾਇਆ ਹੋਇਆ, ਕਾਪੀਆਂ ਤੇ ਲਿਖਾਇਆ ਹੋਇਆ ਹੈ, ਅਤੇ ਮੈਂ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕੀਤਾ ਹੋਇਆ ਹੈ। ਤਾਂ ਤੁਸੀਂ ਇਹ ਵਾਲਾ ਕੁਐਸਚਨ ਜ਼ਰੂਰ ਕਰ ਲੈਣਾ ਹੈ। ਉਸ ਦੇ ਵਿੱਚ ਮੈਂ ਚੰਦੂ ਦੀ ਮਦਰ ਦੇ ਕਰੈਕਟਰ ਸਕੈਚ ਦੀਆਂ ਵੀ ਕੁਝ ਲਾਈਨਸ ਜਿਹੜੀਆਂ ਸ਼ਾਮਿਲ ਕੀਤੀਆਂ ਹੋਈਆਂ। ਇਹਦੇ ਵਿੱਚ ਦੋ ਹੀ ਮੇਨ ਕਰੈਕਟਰ ਸਕੈਚ ਹੈ। ਈਵਨ ਕਿ ਜੇਕਰ ਰਾਈਟਰ ਦਾ ਕਰੈਕਟਰ ਸਕੈਚ ਵੀ ਆ ਜਾਂਦਾ ਨਾ, ਨਰੇਟਰ ਦਾ, ਤਾਂ ਤੁਸੀਂ ਵੀ ਉਹੀ ਤੁਸੀਂ ਆਨਸਰ ਲਿਖ ਸਕਦੇ, ਬਿਕੋਜ਼ ਉਸ ਦੇ ਵਿੱਚ ਮੈਂ ਉਸ ਦੀਆਂ ਲਾਈਨਸ ਵੀ ਇਨਕਲੂਡ ਕੀਤੀਆਂ ਹੋਈਆਂ। ਇਸ ਤਰੀਕੇ ਨਾਲ ਜੀ ਸਾਡੇ ਇਹ ਜਿਹੜੇ ਚੈਪਟਰ ਦੇ ਕੁਐਸਚਨ ਆਨਸਰਸ ਪੂਰੇ ਹੁੰਦੇ ਆ।